वेलकम स्टूडेंट्स ऑनलाइन एजुकेशन चैनल एडुकेसी एजुकेशन फॉर ऑल ਵਿੱਚ ਮੈਂ ਡੋਗਰ ਸਿੰਘ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਹਾਂ। ਅੱਜ ਅਸੀਂ 9ਵੀਂ ਜਮਾਤ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵਿਗਿਆਨ ਦਾ ਦੂਜਾ ਅਧਿਆਇ ਚੈਪਟਰ 2 ਕੀ ਸਾਡੇ ਆਲੇ ਦੁਆਲੇ ਦੇ ਪਦਾਰਥ ਸ਼ੁੱਧ ਹਨ ਇਜ਼ ਮੈਟਰ ਅਰਾਊਂਡ ਅਸ ਪਿਓਰ ਪੜਾਂਗੇ। ਕੀ ਸਾਡੇ ਆਲੇ ਦੁਆਲੇ ਦੇ ਪਦਾਰਥ ਸ਼ੁੱਧ ਹਨ? ਅਸੀਂ ਕਿਵੇਂ ਜਾਣ ਸਕਦੇ ਹਾਂ ਕਿ ਬਾਜ਼ਾਰ ਤੋਂ ਖਰੀਦਿਆ ਹੋਇਆ ਦੁੱਧ, ਘਿਓ, ਮੱਖਣ, ਮਸਾਲਾ, ਖਣਿਜ ਪਾਣੀ, ਇਸ ਨੂੰ ਇੰਗਲਿਸ਼ ਵਿੱਚ ਕਹਾਂਗੇ ਮਿਨਰਲ ਵਾਟਰ ਜਾਂ ਜੂਸ ਸ਼ੁੱਧ ਹੈ। ਚਿੱਤਰ 2.1 ਰਸੋਈ ਵਿੱਚ ਵਰਤੀਆਂ ਜਾਣ ਵਾਲੀਆਂ ਕੁਝ ਵਸਤੂਆਂ। ਕੀ ਤੁਸੀਂ ਇਹਨਾਂ ਖਾਣ ਵਾਲੇ ਪਦਾਰਥਾਂ ਦੇ ਡੱਬਿਆਂ ਉੱਤੇ ਲਿਖੇ ਸ਼ੁੱਧ ਸ਼ਬਦ ਵੱਲ ਧਿਆਨ ਦਿੱਤਾ ਹੈ? ਜਿਵੇਂ ਕਿ ਤੁਸੀਂ ਚਿੱਤਰ ਵਿੱਚ ਦੇਖ ਸਕਦੇ ਹੋ, ਰਸੋਈ ਵਿੱਚ ਵਰਤੀਆਂ ਜਾਣ ਵਾਲੀਆਂ ਕੁਝ ਵਸਤੂਆਂ, ਇਹਨਾਂ ਦੇ ਪੈਕਾਂ ਉੱਪਰ, ਇਹਨਾਂ ਦੇ ਲਿਫਾਫਿਆਂ ਉੱਪਰ, ਇਹਨਾਂ ਦੇ ਡੱਬਿਆਂ ਉੱਪਰ ਤੁਹਾਨੂੰ ਸ਼ੁੱਧ ਸ਼ਬਦ ਸਾਫ਼-ਸਾਫ਼ ਦਿਖਾਈ ਦੇ ਰਿਹਾ ਹੈ, ਪਰੰਤੂ ਕੀ ਇਹ ਅਸਲ ਵਿੱਚ ਸ਼ੁੱਧ ਹਨ? ਇੱਕ ਸਧਾਰਨ ਵਿਅਕਤੀ ਦੇ ਲਈ ਸ਼ੁੱਧ ਦਾ ਅਰਥ ਹੈ, ਸ਼ੁੱਧ ਦਾ ਮਤਲਬ ਹੁੰਦਾ ਹੈ ਕਿ ਪਦਾਰਥ ਵਿੱਚ ਕੋਈ ਮਿਲਾਵਟ ਨਾ ਹੋਵੇ। ਪਰ ਵਿਗਿਆਨਿਕਾਂ ਦੇ ਲਈ ਇਹ ਸਾਰੀਆਂ ਵਸਤੂਆਂ ਵੱਖ-ਵੱਖ ਪਦਾਰਥਾਂ ਦਾ ਮਿਸ਼ਰਣ ਹੀ ਹਨ, ਭਾਵ ਸ਼ੁੱਧ ਨਹੀਂ ਹਨ। ਸੋ ਇੱਕ ਆਮ ਇਨਸਾਨ ਵਾਸਤੇ ਜੇ ਕਿਸੇ ਚੀਜ਼ ਵਿੱਚ ਮਿਲਾਵਟ ਨਹੀਂ ਹੈ, ਜੇ ਨਮਕ ਵਿੱਚ ਮਿਲਾਵਟ ਨਹੀਂ ਹੈ ਤਾਂ ਇਹ ਸ਼ੁੱਧ ਨਮਕ ਹੀ ਹੈ। ਜੇ ਸ਼ੁੱਧ ਘਿਓ ਵਿੱਚ ਮਿਲਾਵਟ ਨਹੀਂ ਹੈ ਤਾਂ ਇਸ ਨੂੰ ਸ਼ੁੱਧ ਘਿਓ ਹੀ ਕਿਹਾ ਜਾਏਗਾ। ਪਰੰਤੂ ਵਿਗਿਆਨਿਕਾਂ ਦੀ ਨਿਗਾਹ ਵਿੱਚ ਜਦੋਂ ਇਹ ਸਾਰੀ ਚੀਜ਼ਾਂ, ਕਿਉਂਕਿ ਇਹ ਕੁਝ ਪਦਾਰਥਾਂ ਦਾ ਮਿਸ਼ਰਣ ਹਨ, ਇਸ ਕਾਰਨ ਇਹ ਸ਼ੁੱਧ ਨਹੀਂ ਹਨ। ਉਦਾਹਰਨ ਵਜੋਂ ਦੁੱਧ, ਪਾਣੀ, ਚਰਬੀ ਨੂੰ ਇੰਗਲਿਸ਼ ਵਿੱਚ ਕੀ ਕਹਿੰਦੇ ਆ? ਫੈਟ, ਪ੍ਰੋਟੀਨ ਆਦਿ ਦਾ ਮਿਸ਼ਰਣ ਹੈ। ਸੋ ਜੋ ਸ਼ੁੱਧ ਦੁੱਧ ਹੈ ਜਿਸ ਵਿੱਚ ਪਾਣੀ ਦੀ ਮਿਲਾਵਟ ਨਹੀਂ ਹੈ, ਉਹ ਵੀ ਵਿਗਿਆਨਿਕਾਂ ਲਈ, ਉਹ ਆਮ ਇਨਸਾਨ ਲਈ ਤਾਂ ਸ਼ੁੱਧ ਹੈ, ਪਰੰਤੂ ਵਿਗਿਆਨਿਕਾਂ ਲਈ ਉਹ ਕੀ ਹੈ? ਉਹ ਮਿਸ਼ਰਣ ਹੈ। ਕਿਸ ਚੀਜ਼ ਦਾ? ਪਾਣੀ, ਚਰਬੀ ਅਤੇ ਪ੍ਰੋਟੀਨ ਦਾ। ਜਦੋਂ ਵਿਗਿਆਨਿਕ ਕਿਸੇ ਪਦਾਰਥ ਨੂੰ ਸ਼ੁੱਧ ਕਹਿੰਦਾ ਹੈ ਤਾਂ ਇਸ ਦਾ ਅਰਥ ਹੁੰਦਾ ਹੈ ਕਿ ਉਸ ਪਦਾਰਥ ਵਿੱਚ ਮੌਜੂਦ ਸਾਰੇ ਕਣ ਸਮਾਨ ਰਸਾਇਣਿਕ ਸੁਭਾਅ, ਇਸ ਨੂੰ ਇੰਗਲਿਸ਼ ਵਿੱਚ ਕੀ ਕਹਿੰਦੇ ਆ? ਰਸਾਇਣਿਕ ਸੁਭਾਅ ਨੂੰ ਕੈਮੀਕਲ ਪ੍ਰੋਪਰਟੀਜ਼ ਰੱਖਦੇ ਹਨ। ਜਦੋਂ ਕੋਈ ਵਿਗਿਆਨਿਕ ਕਿਸੇ ਪਦਾਰਥ ਨੂੰ ਸ਼ੁੱਧ ਕਹਿੰਦਾ ਹੈ ਤਾਂ ਉਸ ਦਾ ਅਰਥ ਇਹ ਹੁੰਦਾ ਹੈ ਕਿ ਉਸ ਵਿੱਚ ਮੌਜੂਦ ਸਾਰੇ ਕਣ ਜੋ ਹਨ ਉਹ ਇੱਕੋ ਤਰ੍ਹਾਂ ਦੇ ਹਨ। ਉਹ ਜੋ ਪਦਾਰਥ ਹੈ ਉਹ ਕਈ ਕਣਾਂ ਦਾ ਮੇਲ-ਜੋਲ, ਕਈ ਕਣਾਂ ਨੂੰ ਮਿਲਾ ਕੇ ਨਹੀਂ ਬਣਿਆ ਹੈ। ਇੱਕ ਸ਼ੁੱਧ ਪਦਾਰਥ ਇੱਕ ਹੀ ਤਰ੍ਹਾਂ ਦੇ ਕਣਾਂ ਨਾਲ ਮਿਲ ਕੇ ਬਣਿਆ ਹੁੰਦਾ ਹੈ। ਜਦੋਂ ਅਸੀਂ ਚਾਰੇ ਪਾਸੇ ਵੇਖਦੇ ਹਾਂ ਤਾਂ ਲੱਗਦਾ ਹੈ ਕਿ ਸਾਰੇ ਪਦਾਰਥ ਦੋ ਜਾਂ ਦੋ ਤੋਂ ਵੱਧ ਸ਼ੁੱਧ ਪਦਾਰਥਾਂ ਨਾਲ ਮਿਲ ਕੇ ਬਣੇ ਹੁੰਦੇ ਹਨ। ਉਦਾਹਰਨ ਵਜੋਂ ਸਮੁੰਦਰ ਦਾ ਪਾਣੀ, ਖਣਿਜ, ਮਿੱਟੀ ਆਦਿ ਸਾਰੇ ਕੀ ਹਨ? ਇਹ ਸਾਰੇ ਮਿਸ਼ਰਣ ਹੀ ਹਨ। 2.1 ਲੈਸਨ ਦਾ ਅਗਲਾ ਭਾਗ, ਮਿਸ਼ਰਣ ਕੀ ਹੈ? ਵਾਟ ਇਜ਼ ਮਿਕਸਚਰ? ਲੈਸਨ ਦੇ ਇਸ ਭਾਗ ਵਿੱਚ ਅਸੀਂ ਪਰਿਭਾਸ਼ਾ, ਮਿਕਸਚਰ ਦੀ ਪਰਿਭਾਸ਼ਾ, ਮਿਕਸਚਰ ਦੀ ਡੈਫੀਨੇਸ਼ਨ ਬਾਰੇ ਜਾਣਾਂਗੇ। ਮਿਸ਼ਰਣ ਦੋ ਜਾਂ ਦੋ ਤੋਂ ਵੱਧ ਸ਼ੁੱਧ ਤੱਤਾਂ ਨੂੰ ਕੀ ਕਿਹਾ ਜਾਂਦਾ ਹੈ ਇੰਗਲਿਸ਼ ਵਿੱਚ? ਐਲੀਮੈਂਟਸ, ਜਾਂ ਫਿਰ ਯੋਗਿਕਾਂ ਨੂੰ ਕੀ ਕਿਹਾ ਜਾਂਦਾ ਹੈ? ਕੰਪਾਊਂਡਸ। ਯੋਗਿਕ ਜੋ ਹੁੰਦੇ ਹਨ ਉਹ ਦੋ ਜਾਂ ਦੋ ਤੋਂ ਵੱਧ ਸ਼ੁੱਧ ਐਲੀਮੈਂਟਸ, ਸ਼ੁੱਧ ਤੱਤਾਂ ਤੋਂ ਮਿਲ ਕੇ ਬਣੇ ਹੁੰਦੇ ਹਨ। ਮਿਸ਼ਰਣ ਦੋ ਜਾਂ ਦੋ ਤੋਂ ਵੱਧ ਸ਼ੁੱਧ ਤੱਤਾਂ ਜਾਂ ਯੋਗਿਕਾਂ ਨਾਲ ਮਿਲ ਕੇ ਬਣਿਆ ਹੁੰਦਾ ਹੈ। ਤੁਸੀਂ ਜਾਣਦੇ ਹੋ ਕਿ ਪਾਣੀ ਵਿੱਚ ਘੁਲੇ ਹੋਏ ਸੋਡੀਅਮ ਕਲੋਰਾਈਡ ਨੂੰ ਵਾਸ਼ਪੀਕਰਨ ਨੂੰ ਅੰਗਰੇਜ਼ੀ ਵਿੱਚ ਕੀ ਕਹਾਂਗੇ? ਇਵੈਪੋਰੇਸ਼ਨ ਜਾਂ ਕਸ਼ੀਦਨ ਵਿਧੀ ਰਾਹੀਂ ਪਾਣੀ ਤੋਂ ਵੱਖ ਕੀਤਾ ਜਾ ਸਕਦਾ ਹੈ। ਭਾਵੇਂ ਸੋਡੀਅਮ ਕਲੋਰਾਈਡ ਆਪਣੇ ਆਪ ਵਿੱਚ ਇੱਕ ਪਦਾਰਥ ਹੈ ਅਤੇ ਇਸ ਨੂੰ ਭੌਤਿਕ ਵਿਧੀ ਨਾਲ ਇਸ ਦੇ ਰਸਾਇਣਿਕ ਭਾਗਾਂ ਵਿੱਚ ਵੱਖ ਨਹੀਂ ਕੀਤਾ ਜਾ ਸਕਦਾ। ਇਸੇ ਤਰ੍ਹਾਂ ਚੀਨੀ ਇੱਕ ਪਦਾਰਥ ਹੈ ਕਿਉਂਕਿ ਇਹ ਇੱਕ ਹੀ ਤਰ੍ਹਾਂ ਦਾ ਸ਼ੁੱਧ ਪਦਾਰਥ ਰੱਖਦਾ ਹੈ ਅਤੇ ਇਸ ਦਾ ਭੌਤਿਕ ਯੌਗਿਕ ਸਮਾਨ ਰਹਿੰਦਾ ਹੈ। ਪੀਣਯੋਗ ਪਦਾਰਥ ਅਤੇ ਮਿੱਟੀ ਵਿੱਚ ਇੱਕ ਸਮਾਨ ਕਣ ਨਹੀਂ ਹਨ। ਕਿਸੇ ਵੀ ਸਰੋਤ ਤੋਂ ਪ੍ਰਾਪਤ ਹੋਣ ਵਾਲੇ ਕਿਸੇ ਇੱਕ ਪਦਾਰਥ ਦੇ ਮੁੱਖ ਗੁਣ, ਕਰੈਕਟਰਿਸਟਿਕ ਪ੍ਰੋਪਰਟੀਜ਼ ਇੱਕ ਸਮਾਨ ਹੋਣਗੇ। ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਮਿਸ਼ਰਣ ਵਿੱਚ ਇੱਕ ਤੋਂ ਵੱਧ ਪਦਾਰਥ ਹੁੰਦੇ ਹਨ। ਮਿਸ਼ਰਣ ਦੀਆਂ ਕਿਸਮਾਂ ਜੋ ਮਿਸ਼ਰਣ ਹਨ ਉਹ ਦੋ ਤਰ੍ਹਾਂ ਦੇ ਹੁੰਦੇ ਹਨ। ਭਾਗਾਂ ਦੇ ਸੁਭਾਅ ਅਨੁਸਾਰ ਵੱਖ-ਵੱਖ ਕਿਸਮ ਦੇ ਮਿਸ਼ਰਣ ਦਾ ਨਿਰਮਾਣ ਹੁੰਦਾ ਹੈ। ਇਸ ਤਰ੍ਹਾਂ ਮਿਸ਼ਰਣ ਦੀਆਂ ਕਈ ਕਿਸਮਾਂ ਹੁੰਦੀਆਂ ਹਨ ਜਿਹੜੀਆਂ ਕਿ ਨੀਚੇ ਦਿੱਤੀਆਂ ਹਨ। ਨੰਬਰ 1 ਸਮੰਗੀ, ਇਸ ਨੂੰ ਕਹਾਂਗੇ ਅੰਗਰੇਜ਼ੀ ਵਿੱਚ ਹੋਮੋਜੀਨਸ। ਸਮੰਗੀ ਮਿਸ਼ਰਣ ਅਤੇ ਬਿਖਮੰਗੀ ਮਿਸ਼ਰਣ। ਬਿਖਮੰਗੀ ਇੰਗਲਿਸ਼ ਵਿੱਚ ਕੀ ਕਹਾਂਗੇ? ਹੈਟਰੋਜੀਨਸ ਮਿਕਸਚਰ। ਨੰਬਰ 1 ਸਮੰਗੀ ਮਿਸ਼ਰਣ, ਹੋਮੋਜੀਨਸ ਮਿਕਸਚਰ। ਮਿਸ਼ਰਣ ਜਿਸ ਦੀ ਬਣਾਵਟ ਇੱਕ ਸਮਾਨ ਹੁੰਦੀ ਹੈ
इस तरह के मिश्रण ਨੂੰ ਅਸੀਂ ਕੀ ਕਹਿੰਦੇ ਹਾਂ? ਹੋਮੋਜੀਨਸ ਮਿਕਸਚਰ ਜਾਂ ਫਿਰ ਸਮੰਗੀ ਮਿਸ਼ਰਣ ਜਾਂ ਘੋਲ ਕਹਿੰਦੇ ਹਾਂ। ਇਸ ਨੂੰ ਜਾਂ ਤਾਂ ਸਮੰਗੀ ਮਿਸ਼ਰਣ ਜਾਂ ਫਿਰ ਸਮੰਗੀ ਘੋਲ ਕਹਾਂਗੇ। ਇਸ ਤਰ੍ਹਾਂ ਦੇ ਮਿਸ਼ਰਣ ਦੀਆਂ ਕੁਝ ਉਦਾਹਰਨਾਂ ਹਨ ਪਾਣੀ ਵਿੱਚ ਨਮਕ ਅਤੇ ਪਾਣੀ ਵਿੱਚ ਚੀਨੀ। ਜਦੋਂ ਤੁਸੀਂ ਪਾਣੀ ਵਿੱਚ ਨਮਕ ਜਾਂ ਚੀਨੀ ਘੋਲਦੇ ਹੋ ਤਾਂ ਉਹ ਪੂਰੇ ਪਾਣੀ ਵਿੱਚ ਬਰਾਬਰ ਰੂਪ ਵਿੱਚ ਘੁਲ ਜਾਂਦੀ ਹੈ ਅਤੇ ਉਸ ਨੂੰ ਇੱਕ ਸਮੰਗੀ ਮਿਸ਼ਰਣ ਬਣਾ ਦਿੰਦੀ ਹੈ। ਤੁਸੀਂ ਦੇਖਿਆ ਹੈ ਇਸ ਦੀ ਡੈਫੀਨੇਸ਼ਨ, ਇਸ ਦੀ ਪਰਿਭਾਸ਼ਾ ਵਿੱਚ ਵੀ ਲਿਖਿਆ ਗਿਆ ਹੈ ਜਿਸ ਦੀ ਬਣਾਵਟ ਇੱਕ ਸਮਾਨ ਹੁੰਦੀ ਹੈ। ਸੋ ਜੋ ਮਿੱਠਾ ਪਾਣੀ ਬਣਦਾ ਹੈ ਚੀਨੀ ਘੋਲਣ ਤੋਂ ਬਾਅਦ ਉਹ ਉਸਦੇ ਹਰ ਭਾਗ ਵਿੱਚ ਬਰਾਬਰ ਚੀਨੀ ਘੁਲੀ ਹੁੰਦੀ ਹੈ ਅਤੇ ਉਹ ਯੂਨੀਫਾਰਮ, ਉਹ ਇੱਕ ਸਮਾਨ ਬਣਾਵਟ ਰੱਖਦਾ ਹੈ। ਇਸ ਕਰਕੇ ਉਸ ਨੂੰ ਕੀ ਕਿਹਾ ਗਿਆ ਹੈ? ਹੋਮੋਜੀਨਸ ਮਿਕਸਚਰ ਜਾਂ ਫਿਰ ਸਮੰਗੀ ਮਿਸ਼ਰਣ। ਨੰਬਰ 2, ਵਿਖਮੰਗੀ ਮਿਸ਼ਰਣ ਜਾਂ ਫਿਰ ਇੰਗਲਿਸ਼ ਵਿੱਚ ਹੈਟਰੋਜੀਨਸ ਮਿਕਸਚਰ। ਮਿਸ਼ਰਣ ਜਿਸ ਦੇ ਅੰਸ਼ ਭੌਤਿਕ ਦ੍ਰਿਸ਼ਟੀ ਤੋਂ ਵੱਖ ਹਨ। ਸੋ ਇਹ ਉਸ ਤਰ੍ਹਾਂ ਦੇ ਮਿਕਸਚਰਸ ਹਨ, ਉਸ ਤਰ੍ਹਾਂ ਦੇ ਮਿਸ਼ਰਣ ਹਨ ਜਿਸ ਦੇ ਜੋ ਅੰਗ ਹਨ, ਜੋ ਅੰਸ਼ ਹਨ, ਜੋ ਭਾਗ ਹਨ ਉਹ ਭੌਤਿਕ ਦ੍ਰਿਸ਼ਟੀ ਭਾਵ ਕਿ ਫਿਜ਼ੀਕਲੀ, ਭਾਵ ਕਿ ਦੇਖਣ ਤੋਂ ਹੀ ਤੁਹਾਨੂੰ ਅਲੱਗ-ਅਲੱਗ ਦਿਖਦੇ ਹਨ। ਇਸ ਤਰ੍ਹਾਂ ਦੇ ਮਿਸ਼ਰਣ ਨੂੰ ਵਿਖਮੰਗੀ ਜਾਂ ਫਿਰ ਇੰਗਲਿਸ਼ ਵਿੱਚ ਹੈਟਰੋਜੀਨਸ ਮਿਕਸਚਰ ਕਿਹਾ ਜਾਂਦਾ ਹੈ। ਸੋਡੀਅਮ ਕਲੋਰਾਈਡ ਅਤੇ ਲੋਹ ਚੂਰਨ, ਨਮਕ ਅਤੇ ਸਲਫਰ, ਪਾਣੀ ਅਤੇ ਤੇਲ ਵਿਖਮੰਗੀ ਮਿਸ਼ਰਣ ਦੀਆਂ ਉਦਾਹਰਨਾਂ ਹਨ। ਸੋ ਤੁਸੀਂ ਦੇਖੋਗੇ ਇਹਨਾਂ ਮਿਸ਼ਰਣਾਂ ਵਿੱਚ ਜਿਵੇਂ ਕਿ ਪਾਣੀ ਵਿੱਚ ਚੀਨੀ ਪੂਰੀ ਤਰ੍ਹਾਂ ਸਮਾ ਗਈ ਸੀ, ਇਸ ਤਰ੍ਹਾਂ ਦੇ ਵਿਖਮੰਗੀ ਮਿਸ਼ਰਣ ਦੀਆਂ ਜੋ ਉਦਾਹਰਨਾਂ ਹਨ, ਨਮਕ ਵਿੱਚ ਸਲਫਰ ਰਲ ਤਾਂ ਜਾਂਦਾ ਹੈ ਪਰੰਤੂ ਉਸ ਵਿੱਚ ਸਮਾਉਂਦਾ ਨਹੀਂ। ਲੋਹ ਚੂਰਨ ਅਤੇ ਕਲੋਰਾਈਡ ਆਪਸ ਵਿੱਚ ਰਲ ਜਾਂਦੇ ਹਨ ਪਰੰਤੂ ਫਿਰ ਵੀ ਉਹ ਵੇਖਣ ਵਿੱਚ ਅਲੱਗ-ਅਲੱਗ ਉਹਨਾਂ ਦਾ ਪਤਾ ਲੱਗਦਾ ਹੈ। ਉਹ ਮਿਕਸ ਹੋ ਜਾਂਦੇ ਹਨ ਪਰੰਤੂ ਉਹ ਇੱਕ ਦੂਜੇ ਵਿੱਚ ਘੁਲਦੇ ਨਹੀਂ। ਸੋ ਇਹੀ ਕਾਰਨ ਹੈ ਕਿ ਇਹਨਾਂ ਨੂੰ ਹੈਟਰੋਜੀਨਸ ਦੀ ਸ਼੍ਰੇਣੀ ਵਿੱਚ ਰੱਖਿਆ ਗਿਆ ਹੈ, ਵਿਖਮੰਗੀ ਮਿਸ਼ਰਣਾਂ ਦੀ ਸ਼੍ਰੇਣੀ ਵਿੱਚ ਰੱਖਿਆ ਗਿਆ ਹੈ। ਸੋ ਆਓ ਅੱਗੇ ਦੇਖਦੇ ਹਾਂ ਬੱਚਿਓ, ਘੋਲ ਕੀ ਹੈ? ਵਾਟ ਇਜ਼ ਸੋਲਿਊਸ਼ਨ? ਘੋਲ ਦੋ ਜਾਂ ਦੋ ਤੋਂ ਵੱਧ ਪਦਾਰਥਾਂ ਦਾ ਸਮੰਗੀ ਮਿਸ਼ਰਣ ਹੈ। ਤੁਸੀਂ ਹਰ ਰੋਜ਼ ਕਈ ਤਰ੍ਹਾਂ ਦੇ ਘੋਲ ਵੇਖਦੇ ਹੋਵੋਗੇ। ਨਿੰਬੂ ਪਾਣੀ, ਨਿੰਬੂ ਪਾਣੀ ਨੂੰ ਇੰਗਲਿਸ਼ ਵਿੱਚ ਕਿਹਾ ਜਾਂਦਾ ਲਾਈਮ ਵਾਟਰ, ਸੋਡਾ ਪਾਣੀ, ਸੋਡਾ ਵਾਟਰ ਆਦਿ ਘੋਲਾਂ ਦੇ ਉਦਾਹਰਣ ਹਨ। ਆਮ ਤੌਰ ਤੇ ਅਸੀਂ ਇੱਕ ਘੋਲ ਨੂੰ ਅਜਿਹੇ ਤਰਲ ਪਦਾਰਥ ਦੇ ਰੂਪ ਵਿੱਚ ਵਿਚਾਰ ਕਰਦੇ ਹਾਂ ਜਿਸ ਵਿੱਚ ਠੋਸ, ਦ੍ਰਵ ਜਾਂ ਗੈਸ ਮਿਲੇ ਹੋਣ। ਜੋ ਕੁਦਰਤ ਵਿੱਚ ਠੋਸ ਘੋਲ ਪਾਏ ਜਾਂਦੇ ਹਨ ਉਹਨਾਂ ਨੂੰ ਅਸੀਂ ਮਿਸ਼ਰਕ ਧਾਤ ਜਾਂ ਫਿਰ ਅੰਗਰੇਜ਼ੀ ਵਿੱਚ ਐਲੋਇਜ਼ ਆਖਦੇ ਹਾਂ। ਅਤੇ ਗੈਸੀ ਘੋਲ, ਗੈਸੀ ਘੋਲ ਮਤਲਬ ਜਦੋਂ ਇੱਕ ਗੈਸ ਵਿੱਚ ਦੂਜੀ ਗੈਸ ਮਿਲੀ ਹੁੰਦੀ ਹੈ ਤਾਂ ਉਸ ਨੂੰ ਵਿਗਿਆਨਿਕ ਕੀ ਆਖਦੇ ਹਨ? ਗੈਸੀ ਘੋਲ। ਗੈਸੀ ਘੋਲ ਦੀ ਉਦਾਹਰਨ ਹੈ ਹਵਾ ਵੀ ਹੁੰਦੇ ਹਨ। ਇੱਕ ਘੋਲ ਦੇ ਕਣਾਂ ਵਿੱਚ ਸਮੰਗਤਾ ਭਾਵ ਕਿ ਹੋਮੋਜੀਨਿਟੀ ਹੁੰਦੀ ਹੈ। ਉਦਾਹਰਨ ਵਜੋਂ ਨਿੰਬੂ ਪਾਣੀ ਦਾ ਸਵਾਦ ਹਮੇਸ਼ਾ ਸਮਾਨ ਰਹਿੰਦਾ ਹੈ ਭਾਵ ਕਿ ਉਸ ਵਿੱਚ ਚੀਨੀ, ਨਮਕ ਅਤੇ ਨਿੰਬੂ ਸਮਾਨ ਰੂਪ ਵਿੱਚ ਸਾਰੇ ਪਾਣੀ ਵਿੱਚ, ਪਾਣੀ ਦੇ ਹਰ ਭਾਗ ਵਿੱਚ ਬਰਾਬਰ ਰੂਪ ਵਿੱਚ ਘੁਲਿਆ ਹੁੰਦਾ ਹੈ। ਇਹ ਦਰਸਾਉਂਦਾ ਹੈ ਕਿ ਇਸ ਘੋਲ ਵਿੱਚ ਚੀਨੀ ਅਤੇ ਨਮਕ ਦੇ ਕਣ ਸਮਾਨ ਰੂਪ ਵਿੱਚ ਵੰਡੇ ਹੁੰਦੇ ਹਨ। ਸੋ ਇਹ ਜੋ ਸੋਲਿਊਸ਼ਨ ਹੈ ਉਹ ਇੱਕ ਤਰ੍ਹਾਂ ਦਾ ਸਮੰਗੀ ਘੋਲ ਹੀ ਹੁੰਦਾ ਹੈ। ਮਿਸ਼ਰਕ ਧਾਤਾਂ ਜਾਂ ਫਿਰ ਅੰਗਰੇਜ਼ੀ ਵਿੱਚ ਕਹਾਂਗੇ ਐਲੋਇਜ਼, ਇਹ ਧਾਤਾਂ ਦੇ ਸਮੰਗੀ ਮਿਸ਼ਰਣ ਹੁੰਦੇ ਹਨ। ਅਸੀਂ ਪਹਿਲਾਂ ਪੜ੍ਹ ਚੁੱਕੇ ਹਾਂ ਕਿ ਜੋ ਐਲੋਇਜ਼ ਹਨ ਉਹ ਇੱਕ ਤਰ੍ਹਾਂ ਦੇ ਘੋਲ ਹੀ ਹਨ ਪਰੰਤੂ ਇਹਨਾਂ ਵਿੱਚ ਫਰਕ ਕੀ ਹੈ? ਇਹ ਕੁਦਰਤ ਵਿੱਚ ਠੋਸ ਰੂਪ ਵਿੱਚ ਪਾਏ ਜਾਂਦੇ ਹਨ ਜਿਨ੍ਹਾਂ ਨੂੰ ਭੌਤਿਕ ਕਿਰਿਆ ਰਾਹੀਂ ਵੱਖ ਨਹੀਂ ਕੀਤਾ ਜਾ ਸਕਦਾ। ਇਹਨਾਂ ਨੂੰ ਫਿਜ਼ੀਕਲ ਭੌਤਿਕ ਕਿਰਿਆ ਰਾਹੀਂ ਵੱਖ ਨਹੀਂ ਕੀਤਾ ਜਾ ਸਕਦਾ ਪਰ ਫਿਰ ਵੀ ਇਹ ਮਿਸ਼ਰਕ ਧਾਤਾਂ ਨੂੰ, ਇਹਨਾਂ ਨੂੰ ਧਾਤਾਂ ਦਾ ਮਿਸ਼ਰਣ ਹੀ ਮੰਨਿਆ ਜਾਂਦਾ ਹੈ। ਉਹ ਕਿਉਂ ਮੰਨਿਆ ਜਾਂਦਾ ਹੈ? ਕਿਉਂਕਿ ਇਹ ਆਪਣੇ ਘਟਕਾਂ ਦੇ ਗੁਣਾਂ ਨੂੰ ਦਰਸਾਉਂਦੇ ਹਨ। ਕਿਉਂਕਿ ਇਹ ਮਿਲਣ ਤੋਂ ਬਾਅਦ ਆਪਣੇ ਗੁਣ ਅਲੱਗ, ਇਹਨਾਂ ਦੇ ਜੋ ਗੁਣ ਹੁੰਦੇ ਹਨ ਉਹ ਆਪਣੇ ਘਟਕਾਂ ਤੋਂ ਅਲੱਗ ਨਹੀਂ ਹੁੰਦੇ। ਇਸ ਦੇ ਉਲਟ ਉਹ ਦੋ ਜਿੰਨੇ ਵੀ ਘਟਕਾਂ ਤੋਂ ਮਿਲ ਕੇ ਬਣੇ ਹੁੰਦੇ ਹਨ, ਦੋ ਜਾਂ ਦੋ ਤੋਂ ਵੱਧ, ਉਹ ਸਾਰੇ ਘਟਕਾਂ ਦੇ ਗੁਣ ਜੋ ਹਨ ਉਹ ਦਰਸਾਉਂਦੇ ਹਨ ਅਤੇ ਵੱਖ-ਵੱਖ ਸੰਗਠਨ ਦੇ ਹੁੰਦੇ ਹਨ ਅਤੇ ਵੱਖ-ਵੱਖ ਕੰਪੋਜੀਸ਼ਨ ਰੱਖਦੇ ਹਨ। ਉਦਾਹਰਨ ਵਜੋਂ ਪਿੱਤਲ, ਪਿੱਤਲ ਨੂੰ ਅੰਗਰੇਜ਼ੀ ਵਿੱਚ ਕੀ ਕਹਿੰਦੇ ਹਾਂ? ਬ੍ਰਾਸ। ਜ਼ਿੰਕ, ਜ਼ਿੰਕ ਨੂੰ ਅੰਗਰੇਜ਼ੀ ਵਿੱਚ ਜ਼ਿੰਕ ਹੀ ਕਿਹਾ ਜਾਂਦਾ ਹੈ। ਜੋ ਪਿੱਤਲ ਹੈ ਉਹ ਜ਼ਿੰਕ ਦਾ 30% ਅਤੇ ਕਾਪਰ ਦਾ ਲਗਭਗ 70% ਦੇ ਮਿਸ਼ਰਣ ਤੋਂ ਬਣਦਾ ਹੈ। ਨੀਚੇ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਬੱਚਿਓ, ਇਹ ਕੀ ਹੈ? ਕਾਪਰ, ਇਹ ਕੀ ਹੈ? ਜ਼ਿੰਕ। ਇਹਨਾਂ ਦੋਹਾਂ ਨੂੰ 70% ਕਾਪਰ ਅਤੇ 30% ਜ਼ਿੰਕ ਮਿਲ ਕੇ ਕੀ ਬਣਾਉਂਦਾ ਹੈ? ਪਿੱਤਲ। ਇਹ ਕੀ ਹੈ? ਇੱਕ ਤਰ੍ਹਾਂ ਦਾ ਘੋਲ ਹੀ ਹੈ ਜੋ ਕਿ ਦੋ ਸ਼ੁੱਧ ਤੱਤਾਂ ਨੂੰ ਮਿਲਾ ਕੇ ਬਣਿਆ ਹੁੰਦਾ ਹੈ। ਸੋ ਆਓ ਬੱਚਿਓ ਅੱਗੇ ਦੇਖਦੇ ਹਾਂ। ਕਿਸੇ ਘੋਲ ਨੂੰ ਅੰਗਰੇਜ਼ੀ ਵਿੱਚ ਆਪਾਂ ਪਹਿਲਾਂ ਪੜ੍ਹ ਚੁੱਕੇ ਹਾਂ ਕੀ ਕਿਹਾ ਜਾਂਦਾ ਹੈ? ਸੋਲਿਊਸ਼ਨ। ਕਿਸੇ ਘੋਲ ਨੂੰ ਦੋ ਭਾਗਾਂ ਘੋਲਕ ਅਤੇ ਘੁਲਿਤ ਵਿੱਚ ਵੰਡਿਆ ਜਾ ਸਕਦਾ ਹੈ। ਸੋ ਸੋਲਿਊਸ਼ਨ ਵਿੱਚ ਕੀ ਕੁਝ ਹੁੰਦਾ ਹੈ? ਇੱਕ
ਘੁਲਿਤ ਹੁੰਦਾ ਹੈ, ਦੂਜਾ ਘੋਲਕ ਹੁੰਦਾ ਹੈ। ਘੋਲ ਦਾ ਉਹ ਭਾਗ ਜਿਸ ਦੀ ਮਾਤਰਾ ਦੂਜੇ ਨਾਲੋਂ ਵਧੇਰੇ ਹੁੰਦੀ ਹੈ, ਜੋ ਦੂਜੇ ਭਾਗ ਨੂੰ ਘੋਲ ਵਿੱਚ ਮਿਲਾਉਂਦਾ ਹੈ, ਉਸ ਨੂੰ ਘੋਲਕ ਕਹਿੰਦੇ ਹਨ। ਇਹ ਤੁਸੀਂ ਦੇਖ ਸਕਦੇ ਹੋ ਬੱਚਿਓ, ਇਹ ਜੋ ਤਸਵੀਰ ਹੈ ਇਹ ਤੁਹਾਨੂੰ ਦੱਸਦੀ ਹੈ ਕਿ ਘੋਲ ਕਿਵੇਂ ਬਣਦਾ ਹੈ। ਇਹ ਇੱਕ ਘੋਲਕ ਹੈ, ਇਸ ਵਿੱਚ ਕੁਝ ਮਾਤਰਾ ਜੋ ਕਿ ਇਸ ਘੋਲਕ ਦੀ ਮਾਤਰਾ ਤੋਂ ਘੱਟ ਹੈ। ਇਸ ਵਿੱਚ ਤੁਸੀਂ ਪੜ੍ਹਿਆ ਹੈ ਕਿ ਜੋ ਘੋਲਕ ਦੀ ਮਾਤਰਾ ਘੁਲਿਤ ਤੋਂ ਜ਼ਿਆਦਾ ਹੁੰਦੀ ਹੈ। ਜੇ ਇਹ ਇਸ ਪਦਾਰਥ ਦੀ ਮਾਤਰਾ ਇਸ ਤੋਂ ਜ਼ਿਆਦਾ ਹੋਵੇ ਤਾਂ ਫਿਰ ਇਸ ਪਦਾਰਥ ਨੂੰ ਕੀ ਕਿਹਾ ਜਾਏਗਾ? ਘੋਲਕ। ਅਤੇ ਘੱਟ ਮਾਤਰਾ ਵਾਲਾ ਪਦਾਰਥ ਘੁਲਿਤ ਬਣ ਜਾਏਗਾ। ਪਰੰਤੂ ਇਸ ਵਿੱਚ ਤੁਸੀਂ ਦੇਖੋਗੇ ਇਹ ਘੋਲਕ ਹੈ ਅਤੇ ਇਸ ਵਿੱਚ ਜਦੋਂ ਘੁਲਿਤ ਅਸੀਂ ਮਿਲਾ ਦਿੰਦੇ ਹਾਂ ਤਾਂ ਕੀ ਬਣ ਜਾਂਦਾ ਹੈ? ਸੋਲਿਊਸ਼ਨ, ਯਾਨੀ ਕਿ ਘੋਲ। ਉਦਾਹਰਨ ਵਜੋਂ ਚੀਨੀ ਅਤੇ ਪਾਣੀ ਦੇ ਘੋਲ ਇੱਕ द्रव घोल ਵਿੱਚ ਠੋਸ ਦੀ ਉਦਾਹਰਨ ਹੈ। ਜਦੋਂ ਅਸੀਂ ਪਾਣੀ ਵਿੱਚ ਚੀਨੀ ਘੋਲਦੇ ਹਾਂ, ਚੀਨੀ ਕੀ ਹੈ? ਠੋਸ, ਅਤੇ ਪਾਣੀ ਕੀ ਹੈ? द्रव। ਸੋ ਇਹ ਉਦਾਹਰਨ ਕੀ ਹੈ ਕਿ ਠੋਸ ਨੂੰ द्रव ਵਿੱਚ ਘੋਲਿਆ ਜਾ ਰਿਹਾ ਹੈ। ਇਸ ਵਿੱਚ ਚੀਨੀ ਘੁਲਿਤ ਹੈ ਕਿਉਂਕਿ ਹਮੇਸ਼ਾ ਤੁਸੀਂ ਦੇਖੋਗੇ ਕਿ ਪਾਣੀ ਜ਼ਿਆਦਾ ਰਹੇਗਾ ਅਤੇ ਚੀਨੀ ਘੱਟ। ਸੋ ਅਸੀਂ ਪੜ੍ਹਿਆ ਹੈ ਘੋਲ ਦੀ ਪਰਿਭਾਸ਼ਾ ਵਿੱਚ ਜਿਸ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਉਸ ਨੂੰ ਘੋਲਕ ਕਿਹਾ ਜਾਂਦਾ ਹੈ, ਅਤੇ ਜਿਸ ਦੀ ਮਾਤਰਾ ਘੱਟ ਹੁੰਦੀ ਹੈ ਜੋ ਕਿ ਘੋਲਕ ਵਿੱਚ ਮਿਲਦਾ ਹੈ ਉਸ ਨੂੰ ਘੁਲਿਤ ਕਿਹਾ ਜਾਂਦਾ ਹੈ। ਇਸ ਕੇਸ ਵਿੱਚ ਚੀਨੀ ਕੀ ਹੈ? ਘੁਲਿਤ। ਇਸ ਵਿੱਚ ਚੀਨੀ ਘੁਲਿਤ ਠੋਸ ਦੀ ਉਦਾਹਰਨ ਹੈ। ਇਸ ਵਿੱਚ ਚੀਨੀ ਘੁਲਿਤ ਅਤੇ ਪਾਣੀ ਕੀ ਹੈ? ਉਹ ਘੋਲਕ ਹੈ। ਆਇਓਡੀਨ ਅਤੇ ਅਲਕੋਹਲ ਦਾ ਘੋਲ, ਜਿਸ ਨੂੰ ਕਿ ਟਿੰਕਚਰ ਆਇਓਡੀਨ ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਇਸ ਵਿੱਚ ਆਇਓਡੀਨ ਘੁਲਿਤ ਹੈ ਅਤੇ ਅਲਕੋਹਲ ਘੋਲਕ ਹੈ। ਨੰਬਰ 3, ਜਿਵੇਂ ਸੋਡਾ ਪਾਣੀ, ਕੋਕ ਆਦਿ द्रव ਘੋਲ ਵਿੱਚ ਗੈਸ ਘੁਲਿਤ ਦੀ ਉਦਾਹਰਨ ਹੈ। ਇਹਨਾਂ ਵਿੱਚ ਕਾਰਬਨ ਡਾਈਆਕਸਾਈਡ ਗੈਸ ਘੁਲਿਤ ਹੈ ਅਤੇ ਪਾਣੀ ਕੀ ਹੈ? ਘੋਲਕ ਹੈ। ਲੈਸਨ ਦਾ ਅਗਲਾ ਭਾਗ ਸੰਤ੍ਰਿਪਤ ਘੋਲ ਸੈਚੂਰੇਟਿਡ ਸੋਲਿਊਸ਼ਨ। ਕਿਸੇ ਨਿਸ਼ਚਿਤ ਤਾਪਮਾਨ ਤੇ ਉਨਾ ਹੀ ਘੁਲਿਤ ਪਦਾਰਥ ਘੁਲ ਸਕਦਾ ਹੈ ਜਿੰਨਾ ਕਿ ਘੋਲ ਦੀ ਸਮਰੱਥਾ ਹੋਵੇ। ਤੁਸੀਂ ਬੱਚਿਓ ਕਿਸੇ ਵੀ ਘੋਲ ਵਿੱਚ ਇਹ ਨਹੀਂ ਹੈ ਕਿ ਜਿਵੇਂ ਕਿ ਪਾਣੀ ਵਿੱਚ ਤੁਸੀਂ ਇਦਾਂ ਨਹੀਂ ਹੈ ਕਿ ਜਿੰਨਾ ਚਾਹੋ ਚੀਨੀ ਘੋਲਦੇ ਰਹੋ। ਇੱਕ ਸਮਾਂ ਐਸਾ ਆਏਗਾ, ਇੱਕ ਜੋ ਸਿਚੁਏਸ਼ਨ ਐਸੀ ਆਏਗੀ ਕਿ ਜਦੋਂ ਚੀਨੀ ਪਾਣੀ ਵਿੱਚ ਘੁਲਣਾ ਬੰਦ ਹੋ ਜਾਏਗੀ। ਉਸ ਸਮੇਂ ਉਸ ਪਾਣੀ ਅਤੇ ਚੀਨੀ ਦੇ ਘੋਲ ਨੂੰ ਕੀ ਕਿਹਾ ਜਾਏਗਾ? ਸੰਤ੍ਰਿਪਤ ਘੋਲ। ਜਦੋਂ ਕਿ ਉਸ ਘੋਲ ਵਿੱਚ ਹੋਰ ਘੁਲਿਤ ਜੋ ਹੈ ਉਹ ਘੁਲਣਾ ਬੰਦ ਹੋ ਜਾਂਦਾ ਹੈ। ਦੂਜੇ ਸ਼ਬਦਾਂ ਵਿੱਚ ਦਿੱਤੇ ਗਏ ਨਿਸ਼ਚਿਤ ਤਾਪਮਾਨ ਤੇ ਜੇ ਘੋਲ ਵਿੱਚ ਘੁਲਿਤ ਪਦਾਰਥ ਨਹੀਂ ਘੁਲਦਾ ਤਾਂ ਉਸ ਨੂੰ ਕੀ ਕਿਹਾ ਜਾਂਦਾ ਹੈ? ਸੈਚੂਰੇਟਿਡ ਸੋਲਿਊਸ਼ਨ, ਜਾਂ ਫਿਰ ਪੰਜਾਬੀ ਵਿੱਚ ਸੰਤ੍ਰਿਪਤ ਘੋਲ। असंतृप्त घोल अनसैचुरेटेड सॉल्यूशन। जे एक घोल विच घुलित पदार्थ की मात्रा संतृप्तता तो घट है तो इसनूं असंतृप्त घोल अनसैचुरेटेड सॉल्यूशन कहा जाता है। जदों तक उस घोल ने संतृप्तता हासिल नहीं की है उदों तक उसनूं असंतृप्त घोल भाव कि उस विच चीनी होर घुल सकती है, यह जे घोल नूं की कहांगे? असंतृप्त घोल। घुलित की वो मात्रा जो दिते गए निश्चित तापमान ते संतृप्त घोल विच मौजूद है उसकी घुलनशीलता अखवाउंदी है। सो घुलित की वो मात्रा जो निश्चित तापमान ते घोल विच घोली जा सकती है, वध तो वध मात्रा, उसनूं उसकी की कहा जाता है? वो घुलनशीलता, इंग्लिश विच सोलेबिलिटी कहा जाता है। सो बच्चों लैसन के इस भाग विच असीं पढ़ांगे घोल की संघनता। घोल की मात्रा विच घुले हुए घुलित पदार्थ की मात्रा नूं जां फिर घुलित पदार्थ की मात्रा जो घोल के किसी दी गई मात्रा या आयतन विच मौजूद होवे उसनूं घोल की संघनता कहा जाता है। इसनूं पता करन दे दो तरीके हैं। घोल की संघनता किहदे बराबर हुंदी है? घुलित की मात्रा बटा घोल की मात्रा, भाव की सोल्यूट की मात्रा बटा सोल्यूशन की मात्रा, क्वांटिटी ऑफ सोल्यूट अपॉन क्वांटिटी ऑफ सोल्यूशन। अते दूजा फार्मूला की है? घुलित की मात्रा, घुलित की हुंदा है? सोल्यूट बटा घोलक की मात्रा, घोलक की हुंदा है? सॉल्वेंट। सो सोल्यूट अपॉन सॉल्वेंट दोहां की मात्रा नूं जे आपां उन्हां दी रेशो कढांगे, उन्हां दा पता करांगे तां घोल की संघनता तुहानूं मिल जाएगी। घोल की संघनता नूं दर्शाउण दीआं अनेक विधियां हन, पर असीं सिर्फ दो ही विधियां बारे चर्चा करांगे। सो एक न्यूमेरिकल, एक सवाल, एक उदाहरण के तौर पर तुसीं सवाल कढोगे जिस तो तुहानूं किसी भी घोल की संघनता कढण बारे पूरा ज्ञान हो जाएगा। घोल की संघनता नूं दर्शाउण दीआं अनेक विधियां हन, पर असीं सिर्फ दो ही विधियां बारे चर्चा करांगे। बच्चों जिहड़ियां दो विधियां बारे असीं चर्चा करांगे वो नीचे दित्तियां गईयां हन। नंबर 1 पुंज बटा घोल दे पुंज प्रतिशत। इसका फार्मूला की है? घुलित पदार्थ का पुंज, यानी कि इंग्लिश विच कहांगे मास ऑफ सोल्यूट अपॉन मास ऑफ सोल्यूशन इंटू 100 बटा गुणा 100। सो उस तो बाद जो दूजा है
ਪੁੰਜ ਬਟਾ ਘੋਲ ਦੇ ਆਇਤਨ ਪ੍ਰਤੀਸ਼ਤ। ਇਸ ਵਿੱਚ ਤੁਸੀਂ ਕੀ ਕੀਤਾ ਸੀ, ਪੁੰਜ ਪ੍ਰਤੀਸ਼ਤ, ਦੂਜੇ ਵਿੱਚ ਆਇਤਨ, ਆਇਤਨ ਨਾਲ ਕੱਢਾਂਗੇ ਉਸ ਨੂੰ, ਘੁਲਿਤ ਪਦਾਰਥ ਦਾ ਪੁੰਜ ਮਾਸ ਆਫ ਸੋਲਿਊਟ ਅਪਨ ਆਇਤਨ, ਘੋਲ ਦਾ ਆਇਤਨ ਵੋਲਿਊਮ ਆਫ ਸੋਲਿਊਸ਼ਨ ਇਨਟੂ 100। ਸੋ ਇਹ ਦੋ ਫਾਰਮੂਲਿਆਂ ਨਾਲ ਤੁਸੀਂ ਘੋਲ ਦੀ ਸੰਘਣਤਾ ਕੱਢ ਸਕਦੇ ਹੋ। ਇਸ ਨੂੰ ਸਮਝਣ ਲਈ ਅਸੀਂ ਇੱਕ ਉਦਾਹਰਨ ਕਰਾਂਗੇ। ਉਦਾਹਰਨ 2.1, ਇੱਕ ਘੋਲ ਦੇ 320 ਗ੍ਰਾਮ ਘੋਲਕ ਜਲ ਵਿੱਚ 40 ਗ੍ਰਾਮ ਸਾਧਾਰਨ ਨਮਕ ਘੁਲਿਤ ਹੈ। ਘੋਲ ਦੀ ਸੰਘਣਤਾ ਦਾ ਮੁਲਾਂਕਣ ਕਰੋ। ਘੁਲਿਤ ਕੀ ਹੈ, ਨਮਕ, ਇਸ ਦਾ ਪੁੰਜ ਕੀ ਹੈ 40 ਗ੍ਰਾਮ। ਘੋਲਕ ਕੀ ਹੈ, ਪਾਣੀ, ਇਸ ਦਾ ਪੁੰਜ ਕੀ ਹੈ 320 ਗ੍ਰਾਮ। ਅਸੀਂ ਜਾਣਦੇ ਹਾਂ ਕਿ ਘੋਲ ਦਾ ਪੁੰਜ ਇਜ਼ ਇਕੁਅਲ ਟੂ ਘੋਲਿਤ ਦਾ ਪੁੰਜ ਬਟਾ ਘੋਲਕ ਦਾ ਪੁੰਜ। ਇਹਨਾਂ ਦੋਹਾਂ ਨੂੰ ਜੋੜ ਕੇ ਹੀ ਬੱਚਿਓ ਕੀ ਬਣਨਾ ਹੈ, ਸੋਲਿਊਸ਼ਨ। ਇਹ ਕੀ ਹੈ, ਸੋਲਿਊਟ, ਇਹ ਕੀ ਹੈ, ਸੋਲਵੈਂਟ। ਇਹਨਾਂ ਦੋਹਾਂ ਨੂੰ ਮਿਲਾ ਕੇ ਕੀ ਬਣਨਾ ਹੈ, ਸੋਲਿਊਸ਼ਨ, ਜਿਸ ਨੂੰ ਕਿ ਘੋਲ ਕਿਹਾ ਜਾਂਦਾ ਹੈ। ਘੋਲ ਦਾ ਪੁੰਜ ਕੀ ਹੁੰਦਾ ਹੈ, ਘੁਲਿਤ ਦਾ ਪੁੰਜ ਜਮਾ ਘੋਲਕ ਦਾ ਪੁੰਜ। ਤੇ ਇਸ ਕੇਸ ਵਿੱਚ ਇਹ ਕੀ ਹਨ, 40 ਜਮਾ 320 ਗ੍ਰਾਮ, ਟੋਟਲ ਹੋ ਗਿਆ 360 ਗ੍ਰਾਮ। ਸੋ ਸਾਨੂੰ ਪਤਾ ਹੈ ਘੋਲ ਦਾ ਪੁੰਜ ਪ੍ਰਤੀਸ਼ਤ, ਘੋਲ ਦਾ ਪੁੰਜ ਪ੍ਰਤੀਸ਼ਤ ਇਹ ਕਿਹਦੇ ਬਰਾਬਰ ਹੁੰਦਾ ਹੈ, ਘੁਲਿਤ ਪਦਾਰਥ ਦਾ ਪੁੰਜ ਬਟਾ ਘੋਲ ਦਾ ਪੁੰਜ ਗੁਣਾ 100। ਸੋ ਇੱਥੇ ਘੁਲਿਤ ਪਦਾਰਥ ਦਾ ਪੁੰਜ ਕੀ ਹੈ, ਘੁਲਿਤ ਪਦਾਰਥ ਕੀ ਹੈ, ਨਮਕ, ਜਿਸ ਦਾ ਕਿ ਪੁੰਜ ਹੈ 40 ਗ੍ਰਾਮ, ਅਸੀਂ ਇੱਥੇ 40 ਲੈ ਲਿੱਤਾ, ਬਟਾ ਘੋਲ ਦਾ ਪੁੰਜ। ਘੋਲ ਦਾ ਪੁੰਜ ਅਸੀਂ ਕੱਢਿਆ ਸੀ ਜੋ ਕਿ ਦੋਨਾਂ ਨੂੰ ਜੋੜ ਕੇ 360 ਆਇਆ ਸੀ, ਬਟਾ 360 ਗੁਣਾ 100। ਜਦੋਂ ਅਸੀਂ ਇਸ ਨੂੰ ਸੋਲਵ ਕਰਾਂਗੇ ਤਾਂ ਇਸ ਦਾ ਜਵਾਬ ਕੀ ਆਏਗਾ, 11.1%। ਸੋ ਇਸ ਜੋ ਘੋਲ ਦੀ ਸੰਘਣਤਾ ਕੀ ਹੈ, 11.1%। ਸੋ ਬੱਚਿਓ, ਮੈਨੂੰ ਆਸ ਹੈ ਕਿ ਇਹ ਨਿਊਮੈਰੀਕਲ, ਇਹ ਇੱਕ ਸਵਾਲ ਕਰਨ ਤੋਂ ਬਾਅਦ ਤੁਸੀਂ ਸੰਘਣਤਾ ਨੂੰ ਕੱਢਣ ਬਾਰੇ ਪੂਰੀ ਤਰ੍ਹਾਂ ਜਾਣ ਚੁੱਕੇ ਹੋਵੋਗੇ ਕਿ ਕਿਸੇ ਵੀ ਸੋਲਿਊਸ਼ਨ, ਕਿਸੇ ਵੀ ਘੋਲ ਦੀ ਸੰਘਣਤਾ ਕਿਵੇਂ ਤੁਸੀਂ ਪ੍ਰਾਪਤ ਕਰਨੀ ਹੈ, ਕਿਵੇਂ ਕੱਢਣੀ ਹੈ। ਸੋ ਬੱਚਿਓ, ਅੱਗੇ ਦੇਖਦੇ ਲੈਸਨ ਦਾ ਅਗਲਾ ਭਾਗ ਜੋ ਹੈ ਉਹ ਸਸਪੈਂਸ਼ਨ, ਨਿਲੰਬਨ ਕੀ ਹੈ, ਨਿਲੰਬਨ ਦੇ ਬਾਰੇ ਹੈ। ਬਿਖਮੰਗੀ ਘੋਲ ਜੋ ਠੋਸ द्रव ਵਿੱਚ ਖਿਲਰ ਜਾਂਦਾ ਹੈ, ਨਿਲੰਬਨ ਅਖਵਾਉਂਦਾ ਹੈ। ਜਿਸ ਬਿਖਮੰਗੀ ਘੋਲ ਵਿੱਚ ਕੀ ਹੁੰਦਾ ਹੈ, ਜੋ ਠੋਸ ਹੈ द्रव ਦੇ ਵਿੱਚ ਬਿਖਰ ਜਾਂਦਾ ਹੈ, ਘੁਲਦਾ ਨਹੀਂ, ਉਹ ਬਿਖਰ ਜਾਂਦਾ ਹੈ। ਨਿਲੰਬਨ ਇੱਕ ਬਿਖਮੰਗੀ ਮਿਸ਼ਰਣ ਹੈ। ਇਹ ਜੋ ਸਮੰਗੀ ਮਿਸ਼ਰਣ ਨਹੀਂ ਹੈ, ਇਹ ਬਿਖਮੰਗੀ ਹੈ ਕਿਉਂਕਿ ਇਹ ਤੁਸੀਂ ਅੱਖਾਂ ਨਾਲ ਭੌਤਿਕ ਤੌਰ ਤੇ ਦੇਖ ਸਕਦੇ ਹੋ। ਜਿਸ ਵਿੱਚ ਘੁਲਿਤ ਪਦਾਰਥ ਦੇ ਕਣ ਘੁਲਦੇ ਨਹੀਂ। ਇਹ ਕਣ ਪੂਰੇ ਮਾਧਿਅਮ ਵਿੱਚ, ਮਾਧਿਅਮ ਕੀ ਹੁੰਦਾ ਬੱਚਿਓ, ਮੀਡੀਅਮ ਦੇ ਵਿੱਚ ਨਿਲੰਬਿਤ ਰਹਿੰਦੇ ਹਨ। ਇਹ ਨਿਲੰਬਿਤ ਕਣ ਅੱਖਾਂ ਨਾਲ ਵੇਖੇ ਜਾ ਸਕਦੇ ਹਨ। ਸੋ ਤੁਸੀਂ ਦੇਖ ਰਹੇ ਹੋ ਇਹ ਸੋਲਿਊਸ਼ਨ ਹੈ। ਸੋਲਿਊਸ਼ਨ ਯਾਨੀ ਕਿ ਇਹਦੇ ਵਿੱਚ ਜੋ ਸੋਲਿਊਟ, ਜੋ ਘੁਲਿਤ ਅਤੇ ਘੋਲਕ ਹੈ, ਪੂਰੀ ਤਰ੍ਹਾਂ ਘੁਲ ਗਏ ਹਨ। ਇਹਨਾਂ ਨੂੰ ਨੰਗੀਆਂ ਅੱਖਾਂ ਨਾਲ ਅਲੱਗ-ਅਲੱਗ ਦੇਖਿਆ ਨਹੀਂ ਜਾ ਸਕਦਾ। ਪਰੰਤੂ ਸਸਪੈਂਸ਼ਨ ਦੇ ਕੇਸ ਵਿੱਚ, ਨਿਲੰਬਨ ਦੇ ਕੇਸ ਵਿੱਚ ਕੀ ਹੈ, ਜੋ ਘੁਲਿਤ ਦੇ ਭਾਗ ਹਨ, ਕਣ ਹਨ, ਉਹ ਘੋਲਕ ਵਿੱਚ ਇਸ ਤਰ੍ਹਾਂ ਖਿਲਰੇ ਹੋਏ ਦਿਖੇ ਜਾ ਸਕਦੇ ਹਨ। ਇਸ ਤੋਂ ਕੀ ਪਤਾ ਲੱਗਦਾ ਹੈ ਕਿ ਜੋ ਇਹ ਘੋਲ ਹੈ ਉਹ ਸੋਲਿਊਸ਼ਨ ਹੈ, ਉਹ ਇੱਕ ਸਮੰਗੀ ਘੋਲ ਹੈ, ਅਤੇ ਇਹ ਕੀ ਹੈ, ਸਸਪੈਂਸ਼ਨ। ਇਹ ਸਸਪੈਂਸ਼ਨ ਕੀ ਹੁੰਦਾ ਬੱਚਿਓ, ਨਿਲੰਬਨ ਕੀ ਹੁੰਦਾ ਹੈ, ਇੱਕ ਤਰ੍ਹਾਂ ਦਾ ਬਿਖਮੰਗੀ ਮਿਸ਼ਰਣ ਹੁੰਦਾ ਹੈ। ਸੋ ਤੁਸੀਂ ਦੇਖ ਸਕਦੇ ਹੋ ਕਿ ਇਹ ਸਮੰਗੀ ਮਿਸ਼ਰਣ ਹੈ ਅਤੇ ਇਹ ਇੱਕ ਸਸਪੈਂਸ਼ਨ ਬਿਖਮੰਗੀ ਮਿਸ਼ਰਣ ਹੈ। ਸੋ ਬੱਚਿਓ, ਦੇਖੀਏ ਨਿਲੰਬਨ ਦੇ ਗੁਣ। ਸੋ ਸਸਪੈਂਸ਼ਨ ਦੇ ਹੁਣ ਅਸੀਂ ਪ੍ਰੋਪਰਟੀਜ਼, ਉਹਦੇ ਗੁਣ ਦੇਖਾਂਗੇ। ਨੰਬਰ 1, ਇਹ ਇੱਕ ਬਿਖਮੰਗੀ ਮਿਸ਼ਰਣ ਹੈ। ਅਸੀਂ ਪਹਿਲਾਂ ਪੜ੍ਹ ਚੁੱਕੇ ਹਾਂ, ਅਸੀਂ ਜਾਣਦੇ ਹਾਂ। ਇਹ ਕਣ ਅੱਖ ਨਾਲ ਵੇਖੇ ਜਾ ਸਕਦੇ ਹਨ। ਸੋ ਤੁਸੀਂ ਦੇਖ ਸਕਦੇ ਹੋ ਇਸ ਦੇ ਕਣ ਜੋ ਕਣ ਹਨ ਘੁਲਿਤ ਦੇ, ਉਹ ਘੋਲ ਦੇ ਵਿੱਚ, ਉਹ ਘੋਲਕ ਦੇ ਵਿੱਚ ਖਿਲਰੇ ਪਏ ਹਨ। ਇਹ ਅੱਖਾਂ ਨਾਲ, ਨੰਗੀਆਂ ਅੱਖਾਂ ਨਾਲ ਦੇਖੇ ਜਾ ਸਕਦੇ ਹਨ। ਇਹ ਨਿਲੰਬਿਤ ਕਣ ਪ੍ਰਕਾਸ਼ ਦੀ ਕਿਰਨ ਨੂੰ ਫੈਲਾ ਦਿੰਦੇ ਹਨ, ਜਿਸ ਨਾਲ ਉਸ ਦਾ ਮਾਰਗ ਦਿਖਣਯੋਗ ਹੋ ਜਾਂਦਾ ਹੈ। ਜਦੋਂ ਬੱਚਿਓ, ਜੋ ਇਹ 3 ਨੰਬਰ ਪੁਆਇੰਟ ਹੈ, ਇਹਨੂੰ ਸਮਝਣ ਵਾਸਤੇ ਅਸੀਂ ਅੱਗੇ ਜਾ ਕੇ ਇੱਕ ਕਿਰਿਆ ਕਰਾਂਗੇ ਜਿਸ ਨਾਲ ਤੁਹਾਨੂੰ ਇਹ ਚੰਗੀ ਤਰ੍ਹਾਂ ਸਮਝ ਆ ਜਾਏਗਾ। ਜਦੋਂ ਇਸ ਨੂੰ ਸ਼ਾਂਤ ਛੱਡ ਦਿੰਦੇ ਹਾਂ ਤਾਂ ਇਹ ਕਣ ਹੇਠਾਂ ਵੱਲ ਬੈਠ ਜਾਂਦੇ ਹਨ, ਭਾਵ ਨਿਲੰਬਨ ਅਸਥਾਈ ਹੁੰਦਾ ਹੈ। ਜੋ ਇਹ ਨਿਲੰਬਨ ਹੈ, ਜੋ ਸਸਪੈਂਸ਼ਨ ਹੈ, ਇਹ ਸਥਾਈ ਨਹੀਂ ਹੁੰਦਾ। ਜੇ ਇਸ ਨੂੰ ਕੁਝ ਸਮੇਂ ਤੱਕ ਇਸ ਘੋਲ ਨੂੰ ਰੱਖ ਦਿੱਤਾ ਜਾਵੇ ਤਾਂ ਕੀ ਹੋਏਗਾ, ਜੇ ਇਸ ਨੂੰ ਸ਼ਾਂਤ ਛੱਡ ਦਿੱਤਾ ਜਾਵੇ ਤਾਂ ਜੋ ਕਣ ਹਨ, ਜੋ ਘੁਲਿਤ ਦੇ ਕਣ ਹਨ, ਉਹ ਨੀਚੇ ਸਤਹ ਤੇ ਬੈਠ ਜਾਣਗੇ। ਫਿਲਟਰੇਸ਼ਨ ਵਿਧੀ ਰਾਹੀਂ ਇਹਨਾਂ ਕਣਾਂ ਨੂੰ ਮਿਸ਼ਰਣ ਤੋਂ ਨਿਖੇੜਿਆ ਜਾ ਸਕਦਾ ਹੈ। ਸੋ ਫਿਲਟਰੇਸ਼ਨ ਵਿਧੀ ਰਾਹੀਂ ਇਹਨਾਂ ਨੂੰ ਛਾਣ ਕੇ, ਫਿਲਟਰੇਸ਼ਨ ਕੀ ਹੁੰਦਾ, ਛਾਣਨਾ ਹੀ ਹੁੰਦਾ। ਇਹਨਾਂ ਨੂੰ ਜੇ ਅਸੀਂ ਘੋਲ ਨੂੰ ਛਾਣਾਂਗੇ ਤਾਂ ਜੋ ਇਹ ਸਸਪੈਂਡਡ ਕਣ ਨੇ, ਜੋ ਸਸਪੈਂਡਡ ਪਾਰਟੀਕਲਸ ਨੇ, ਇਸ ਘੋਲ ਵਿੱਚੋਂ ਵੱਖ ਕੀਤੇ ਜਾ ਸਕਦੇ ਹਨ। ਇਹ ਸੈਪਰੇਟ ਕੀਤੇ ਜਾ ਸਕਦੇ ਹਨ, ਇਹ ਨਿਖੇੜੇ ਜਾ ਸਕਦੇ ਹਨ। ਸੋ ਬੱਚਿਓ, ਕੀ ਦੇਖਦੇ ਬੱਚਿਓ, ਲੈਸਨ ਦਾ ਅਗਲਾ ਭਾਗ ਕੋਲਾਈਡਲ ਘੋਲ, ਕੋਲਾਈਡਲ ਸੋਲਿਊਸ਼ਨਸ। ਇਹ ਕੀ ਹਨ, ਅਸੀਂ ਇਹਨਾਂ ਬਾਰੇ ਜਾਣਾਂਗੇ।
ਇਹ ਬੱਚਿਓ ਤੁਸੀਂ ਬਹੁਤ ਹੀ ਧਿਆਨ ਨਾਲ ਸਮਝਣਾ ਤੇ ਪੜ੍ਹਨਾ ਹੈ, ਕਿਉਂਕਿ ਇਹ ਬਹੁਤ ਹੀ ਜ਼ਰੂਰੀ ਹੈ ਅਤੇ ਇਹ ਹਮੇਸ਼ਾ ਹੀ ਪੇਪਰਾਂ ਵਿੱਚ ਆਉਂਦਾ ਹੈ। ਕੋਲਾਇਡਲ ਘੋਲ ਦੇ ਕਣ ਘੋਲ ਵਿੱਚ ਸਮਾਨ ਰੂਪ ਵਿੱਚ ਘੁਲੇ ਹੁੰਦੇ ਹਨ। ਨਿਲੰਬਨ ਦੀ ਬਜਾਏ ਕਣਾਂ ਦਾ ਆਕਾਰ ਛੋਟਾ ਹੋਣ ਦੇ ਕਾਰਨ ਇਹ ਮਿਸ਼ਰਣ ਸਮੰਗੀ ਜਾਪਦਾ ਹੈ। ਇਸ ਤਰ੍ਹਾਂ ਦੇ ਮਿਸ਼ਰਣ ਨੂੰ ਕੋਲਾਇਡਲ ਜਾਂ ਫਿਰ ਕੋਲਾਇਡਲ ਘੋਲ ਕਿਹਾ ਜਾਂਦਾ ਹੈ। ਕੋਲਾਇਡਲ ਕਣਾਂ ਦੇ ਛੋਟੇ ਆਕਾਰ ਦੇ ਕਾਰਨ ਅਸੀਂ ਇਸ ਨੂੰ ਅੱਖ ਨਾਲ ਨਹੀਂ ਵੇਖ ਸਕਦੇ, ਪਰ ਇਹ ਕਣ ਪ੍ਰਕਾਸ਼ ਦੀ ਕਿਰਨ ਨੂੰ ਆਸਾਨੀ ਨਾਲ ਖਿਲਾਰ ਦਿੰਦੇ ਹਨ। ਤੁਸੀਂ ਦੇਖ ਸਕਦੇ ਹੋ ਬੱਚਿਓ, ਇਹ ਪਾਣੀ ਹੈ ਅਤੇ ਨਾਲ ਹੀ ਇੱਕ ਕੋਲਾਇਡਲ ਘੋਲ ਪਿਆ ਹੈ। ਇਸ ਵਿੱਚ ਪ੍ਰਕਾਸ਼ ਦੀ ਕਿਰਨ ਜੋ ਹੈ ਉਹ ਫੈਲ ਰਹੀ ਹੈ। ਸੋ ਇਹ ਤਰੀਕਾ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਇਸ ਵਿੱਚ ਕਣ ਤਾਂ ਹਨ, ਸਸਪੈਂਸ਼ਨ ਵਾਂਗੂ ਇਸ ਵਿੱਚ ਕਣ ਤਾਂ ਹਨ, ਪਰ ਕਿਉਂਕਿ ਇਹ ਸਾਨੂੰ ਨੰਗੀ ਅੱਖ ਨਾਲ ਇਸ ਕਰਕੇ ਨਹੀਂ ਦਿਖ ਰਹੇ, ਕਿਉਂਕਿ ਇਹਨਾਂ ਦਾ ਜੋ ਆਕਾਰ ਹੈ ਉਹ ਬਹੁਤ ਹੀ ਛੋਟਾ ਹੈ। ਸੋ ਬੱਚਿਓ, ਜੋ ਇਹ ਘੋਲ ਹੈ ਇਹ ਵੇਖਣ ਵਿੱਚ ਤਾਂ ਸਮੰਗੀ ਲੱਗ ਰਿਹਾ ਹੈ, ਪਰੰਤੂ ਇਹ ਸਮੰਗੀ ਨਾ ਹੋ ਕਰਕੇ ਕੋਲਾਇਡਲ ਹੈ, ਕਿਉਂਕਿ ਇਹ ਜੋ ਰੋਸ਼ਨੀ ਦੀ ਕਿਰਨ ਹੈ ਉਸਨੂੰ ਖਿਲਾ ਰਿਹਾ ਹੈ। ਸੋ ਜੋ ਕਿ ਸਮੰਗੀ ਦੇ ਤੁਹਾਨੂੰ ਪਤਾ ਹੈ, ਸਮੰਗੀ ਦੀ ਪਰਿਭਾਸ਼ਾ ਕੀ ਹੈ ਕਿ ਇਹਦੇ ਵਿੱਚ ਜੋ ਕਣ ਹਨ ਇੱਕ ਦੂਜੇ ਨਾਲ ਪੂਰੀ ਤਰ੍ਹਾਂ ਮਿਲ ਜਾਂਦੇ ਹਨ, ਪਰੰਤੂ ਇਸ ਵਿੱਚ ਐਸਾ ਨਹੀਂ ਹੈ। ਇਹ ਸਾਨੂੰ ਨੰਗੀ ਅੱਖ ਨਾਲ ਇਸ ਕਰਕੇ ਨਹੀਂ ਦਿਖ ਰਿਹਾ ਕਿਉਂਕਿ ਇਸ ਦੇ ਜੋ ਕਣ ਹਨ ਉਹ ਬਹੁਤ ਹੀ ਛੋਟੇ ਹਨ, ਇਹਨਾਂ ਦਾ ਆਕਾਰ ਬਹੁਤ ਹੀ ਛੋਟਾ ਹੈ। ਸੋ ਇਹ ਇੱਕ ਅਲੱਗ ਤਰ੍ਹਾਂ ਦਾ ਸੋਲੂਸ਼ਨ ਹੈ ਜੋ ਕਿ ਦੇਖਣ ਵਿੱਚ ਸਮੰਗੀ ਹੈ, ਪਰੰਤੂ ਇਹਦੇ ਜੋ ਲੱਛਣ ਹਨ, ਜੋ ਇਸਦੀਆਂ ਪ੍ਰੋਪਰਟੀਜ਼ ਹਨ, ਉਹ ਇੱਕ ਤਰ੍ਹਾਂ ਦੀਆਂ ਸਸਪੈਂਸ਼ਨ ਵਰਗੀਆਂ ਹਨ। ਪਰੰਤੂ ਇਹ ਸਸਪੈਂਸ਼ਨ ਵੀ ਨਹੀਂ ਇਸ ਨੂੰ ਕਿਹਾ ਜਾ ਸਕਦਾ, ਕਿਉਂਕਿ ਸਸਪੈਂਸ਼ਨ ਜੋ ਹੈ ਉਹ ਅਸਥਾਈ ਹੁੰਦਾ ਹੈ, ਪਰੰਤੂ ਕੋਲਾਇਡਲ ਜੋ ਹੈ ਉਹ ਸਥਾਈ ਹੁੰਦਾ ਹੈ। ਇਸ ਕਾਰਨ ਇਸ ਨੂੰ ਅਲੱਗ ਨਾਮ ਦੇ ਕੇ ਅਲੱਗ ਤਰ੍ਹਾਂ ਦੇ ਘੋਲ ਦਾ ਦਰਜਾ ਦਿੱਤਾ ਗਿਆ ਹੈ। ਪ੍ਰਕਾਸ਼ ਦੀ ਕਿਰਨ ਨੂੰ ਫੈਲਾਉਣ ਨੂੰ ਟਿੰਡਲ ਪ੍ਰਭਾਵ, ਟਿੰਡਲ ਇਫੈਕਟ ਕਿਹਾ ਜਾਂਦਾ ਹੈ। ਬੱਚਿਓ, ਜੋ ਪਿਛਲੇ ਪੰਨੇ ਤੇ ਅਸੀਂ ਜੋ ਰੋਸ਼ਨੀ ਦੀ ਕਿਰਨ ਜੋ ਕੋਲਾਇਡਲ ਸੋਲੂਸ਼ਨ ਵਿੱਚੋਂ ਗੁਜ਼ਾਰੀ ਸੀ ਅਤੇ ਉਹ ਰੋਸ਼ਨੀ ਦੀ ਕਿਰਨ ਜੋ ਸੀ ਉਹ ਕਣਾਂ ਨਾਲ ਟਕਰਾ ਕੇ ਫੈਲ ਗਈ ਸੀ, ਇਸ ਤਰ੍ਹਾਂ ਦੇ ਪ੍ਰਭਾਵ ਨੂੰ ਟਿੰਡਲ ਇਫੈਕਟ ਕਿਹਾ ਜਾਂਦਾ ਹੈ। ਟਿੰਡਲ ਨਾਮਕ ਵਿਗਿਆਨੀ ਨੇ ਇਹ ਖੋਜ ਕੀਤੀ ਸੀ। ਇੱਕ ਕਮਰੇ ਵਿੱਚ ਛੋਟੇ ਛੇਕ ਵਿੱਚੋਂ ਜਦੋਂ ਪ੍ਰਕਾਸ਼ ਦਾ ਬੀਮ ਆਉਂਦਾ ਹੈ ਤਾਂ ਉੱਥੇ ਅਸੀਂ ਟਿੰਡਲ ਪ੍ਰਭਾਵ ਦੇਖ ਸਕਦੇ ਹਾਂ। ਇਹ ਕਮਰੇ ਵਿੱਚ ਮੌਜੂਦ ਧੂੜ ਅਤੇ ਕਾਰਬਨ ਦੇ ਕਣਾਂ ਦੁਆਰਾ ਪ੍ਰਕਾਸ਼ ਦੇ ਫੈਲਣ ਦੇ ਕਾਰਨ ਹੁੰਦਾ ਹੈ। ਸੋ ਜਦੋਂ ਇੱਕ ਹਨੇਰੇ ਕਮਰੇ ਵਿੱਚ ਇੱਕ ਸੁਰਾਖ ਦੇ ਅੰਦਰੋਂ ਰੋਸ਼ਨੀ ਦੀ ਬੀਮ ਦਾਖਲ ਹੁੰਦੀ ਹੈ ਤਾਂ ਉਸ ਵਿੱਚ ਤੁਸੀਂ ਕਣ ਜੋ ਹਨ ਧੂਲ ਅਤੇ ਕਾਰਬਨ ਦੇ ਚਮਕਦੇ ਦੇਖ ਸਕਦੇ ਹੋ। ਇਹ ਹੁੰਦਾ ਕੀ ਹੈ, ਉਹਨਾਂ ਨਾਲ ਟਕਰਾ ਕੇ ਜੋ ਰੋਸ਼ਨੀ ਹੈ ਉਹ ਖਿਲਰਦੀ ਹੈ। ਸੋ ਇਹੀ ਕੰਮ ਜਦੋਂ ਅਸੀਂ ਰੋਸ਼ਨੀ ਇੱਕ ਕੋਲਾਇਡਲ ਸੋਲੂਸ਼ਨ ਵਿੱਚ ਪਾਈ ਸੀ, ਕੋਲਾਇਡਲ ਘੋਲ ਵਿੱਚ ਪਾਈ ਸੀ, ਤਾਂ ਉਹ ਖਿਲਰ ਗਈ ਸੀ, ਉਹ ਕਣਾਂ ਨਾਲ ਟਕਰਾ ਕੇ ਬਿਖਰ ਗਈ ਸੀ। ਸੋ ਸੇਮ ਜੋ ਟਿੰਡਲ ਇਫੈਕਟ ਜੋ ਕੋਲਾਇਡਲ ਸੋਲੂਸ਼ਨ ਵਿੱਚ ਆਇਆ ਸੀ, ਉਹ ਹੀ ਤੁਸੀਂ ਜੋ ਹਨੇਰੇ ਕਮਰੇ ਦੇ ਛੇਕ ਵਿੱਚੋਂ ਰੋਸ਼ਨੀ ਅੰਦਰ ਆਉਂਦੀ ਹੈ ਉੱਥੇ ਤੁਸੀਂ ਦੇਖ ਸਕਦੇ ਹੋ। ਜਦੋਂ ਇੱਕ ਸੰਘਣੇ ਜੰਗਲ ਦੇ ਆਛਾਦਨ ਵਿੱਚੋਂ ਸੂਰਜ ਦੀਆਂ ਕਿਰਨਾਂ ਲੰਘਦੀਆਂ ਹਨ, ਉੱਥੇ ਅਸੀਂ ਟਿੰਡਲ ਪ੍ਰਭਾਵ ਨੂੰ ਦੇਖ ਸਕਦੇ ਹਾਂ। ਇਹ ਤੁਸੀਂ ਦੇਖ ਸਕਦੇ ਹੋ ਤਸਵੀਰ ਵਿੱਚ, ਜਦੋਂ ਸੰਘਣੇ ਜੰਗਲ ਵਿੱਚ ਉਸਦੀ ਛੱਤ ਵਿੱਚੋਂ ਇੱਕ ਰੋਸ਼ਨੀ, ਸੂਰਜ ਦੀ ਰੋਸ਼ਨੀ ਅੰਦਰ ਦਾਖਲ ਹੁੰਦੀ ਹੈ, ਤਾਂ ਵੀ ਉਹੀ ਟਿੰਡਲ ਇਫੈਕਟ ਜੋ ਕਿ ਅਸੀਂ ਹਨੇਰੇ ਕਮਰੇ ਵਿੱਚ ਦੇਖਦੇ ਹਾਂ, ਉਸ ਤਰ੍ਹਾਂ ਦਾ ਹੀ ਰੋਸ਼ਨੀ ਦੀਆਂ ਬੀਮਾਂ ਤੁਹਾਨੂੰ ਅੰਦਰ ਆਉਂਦੀਆਂ ਦਿਖਦੀਆਂ ਹਨ। ਅਤੇ ਉਹ ਚਮਕਦੀਆਂ ਕਿਉਂ ਹਨ? ਕਿਉਂਕਿ ਜੰਗਲ ਦੇ ਕੋਹਰੇ ਵਿੱਚ ਛੋਟੇ-ਛੋਟੇ ਪਾਣੀ ਦੇ ਕਣ ਹੁੰਦੇ ਹਨ। ਇੱਥੇ ਜੋ ਕੰਮ ਕੋਲਾਇਡਲ ਸੋਲੂਸ਼ਨ ਵਿੱਚ ਕੰਮ ਕੀਤਾ ਸੀ ਭੁਲਿਤ ਦੇ ਪਾਰਟੀਕਲਸ ਨੇ, ਤੇ ਹਨੇਰੇ ਕਮਰੇ ਵਿੱਚ ਕੰਮ ਕੀਤਾ ਸੀ ਇਹ ਧੂੜ ਤੇ ਕਾਰਬਨ ਦੇ ਪਾਰਟੀਕਲਸ ਨੇ। ਇੱਥੇ ਇਹ ਕੰਮ ਕੌਣ ਕਰ ਰਹੇ ਹਨ? ਜੰਗਲ ਦੇ ਕੋਹਰੇ ਵਿੱਚ ਛੋਟੇ-ਛੋਟੇ ਪਾਣੀ ਦੇ ਕਣ ਹੁੰਦੇ ਹਨ। ਸੋ ਜੰਗਲ ਵਿੱਚ ਕੀ ਹੁੰਦਾ ਹੈ? ਪਾਣੀ ਦੇ ਕਣ ਹੁੰਦੇ ਹਨ, ਜਿਹੜੇ ਕਿ ਕੋਲਾਇਡਲ ਕਣਾਂ ਦੇ ਸਮਾਨ ਹੀ ਵਿਹਾਰ ਕਰਦੇ ਹਨ ਅਤੇ ਰੋਸ਼ਨੀ ਦੀ ਕਿਰਨ ਨੂੰ ਖਿਲਾਰ ਦਿੰਦੇ ਹਨ। ਸੋ ਇਹ ਤਿੰਨੋਂ ਐਗਜ਼ਾਮਪਲਸ ਨਾਲ ਮੈਨੂੰ ਆਸ ਹੈ ਕਿ ਤੁਸੀਂ ਟਿੰਡਲ ਇਫੈਕਟ ਅੱਛੀ ਤਰ੍ਹਾਂ ਸਮਝ ਗਏ ਹੋਗੇ ਅਤੇ ਕੋਲਾਇਡਲ ਸੋਲੂਸ਼ਨ ਨੂੰ ਵੀ ਚੰਗੀ ਤਰ੍ਹਾਂ ਜਾਣ ਗਏ ਹੋਗੇ। ਜਮਾਤ ਨੂੰ ਅਗਲੀ ਜੋ ਕਿਰਿਆ ਹੈ ਇਹ ਤੁਹਾਨੂੰ ਚਾਰੋਂ ਤਰ੍ਹਾਂ ਦੇ ਸੋਲੂਸ਼ਨਸ ਬਾਰੇ ਜਾਣੂ ਕਰਵਾਵੇਗੀ, ਉਸਦੀ ਰਿਵੀਜ਼ਨ ਕਰਵਾਵੇਗੀ। ਜਮਾਤ ਨੂੰ 4 ਸਮੂਹਾਂ ਆੜਾ, ਬੱਬਾ, ਸੱਸਾ ਅਤੇ ਦੱਦਾ ABCD ਵਿੱਚ ਵੰਡੀਏ। ਹਰ ਸਮੂਹ ਨੂੰ ਹੇਠ ਦਿੱਤੇ ਹੋਏ ਨਮੂਨਿਆਂ ਵਿੱਚੋਂ ਇੱਕ ਦਿਓ। ਸਮੂਹ ਆੜੇ ਨੂੰ, ਸਮੂਹ A ਨੂੰ ਕਾਪਰ ਸਲਫੇਟ ਦੇ ਕੁਝ ਕ੍ਰਿਸਟਲ ਭਾਵ ਕਿ ਠੋਸ ਕਾਪਰ ਸਲਫੇਟ ਦਿਓ। ਸਮੂਹ B ਨੂੰ 1 ਚਮਚ ਕਾਪਰ ਸਲਫੇਟ ਭਾਵ ਕਿ ਕਾਪਰ ਸਲਫੇਟ ਦਾ ਕੁੱਟਿਆ ਹੋਇਆ ਚੂਰਨ ਦੇਣਾ ਹੈ। ਸਮੂਹ C ਨੂੰ ਚਾਕ ਦਾ ਪਾਊਡਰ ਜਾਂ ਕਣਕ ਦਾ ਆਟਾ ਦਿਓ। ਸਮੂਹ D ਨੂੰ, ਸਮੂਹ ਦੱਦੇ ਨੂੰ ਕੀ ਦੇਣਾ ਹੈ? ਦੁੱਧ ਜਾਂ ਸਿਆਹੀ ਦੀਆਂ ਕੁਝ ਬੂੰਦਾਂ। ਵਿਦਿਆਰਥੀਆਂ ਨੂੰ ਕੱਚ ਦੀ ਛੜ ਦੀ ਸਹਾਇਤਾ ਨਾਲ ਨਮੂਨਿਆਂ ਨੂੰ ਪਾਣੀ ਵਿੱਚ ਮਿਲਾਉਣ ਲਈ ਕਹੋ। ਕੀ ਕਣ ਪਾਣੀ ਵਿੱਚ ਵਿਖਾਈ ਦਿੰਦੇ ਹਨ? ਹੁਣ ਟਾਰਚ ਨਾਲ ਪ੍ਰਕਾਸ਼ ਦੀ ਕਿਰਨ ਬੀਮ ਨੂੰ ਬੀਕਰ ਤੇ ਪਾਓ ਅਤੇ ਇਸ ਨੂੰ ਸਾਹਮਣੇ ਤੋਂ ਵੇਖੋ।
ਕੀ ਪ੍ਰਕਾਸ਼ ਦੀ ਕਿਰਨ ਦਾ ਰਾਹ ਵਿਖਾਈ ਦਿੰਦਾ ਹੈ। ਬੱਚਿਓ ਇੱਥੇ ਤੁਸੀਂ ਟਿੰਡਲ ਇਫੈਕਟ ਬਾਰੇ ਦੇਖਣਾ ਹੈ। ਹੁਣ ਮਿਸ਼ਰਣ ਨੂੰ ਕੁਝ ਸਮੇਂ ਲਈ ਸ਼ਾਂਤ ਛੱਡ ਦਿਓ। ਇਸ ਦੌਰਾਨ ਮਿਸ਼ਰਣ ਫਿਲਟਰ ਕਰਨ ਵਾਲੇ ਉਪਕਰਨ ਨੂੰ ਤਿਆਰ ਕਰ ਲਓ। ਕੀ ਮਿਸ਼ਰਣ ਸਥਿਰ ਹੈ ਜਾਂ ਕੁਝ ਸਮੇਂ ਬਾਅਦ ਉਸਦੇ ਕਣ ਹੇਠਾਂ ਬੈਠਣਾ ਸ਼ੁਰੂ ਕਰ ਦਿੰਦੇ ਹਨ। ਮਿਸ਼ਰਣ ਨੂੰ ਫਿਲਟਰ ਕਰ ਲਓ। ਕੀ ਫਿਲਟਰ ਪੇਪਰ ਤੇ ਕੁਝ ਬਾਕੀ ਬਚਿਆ ਹੈ। ਜਮਾਤ ਵਿੱਚ ਨਤੀਜਿਆਂ ਤੇ ਚਰਚਾ ਕਰਕੇ ਇਸ ਕਿਰਿਆ ਤੇ ਇੱਕ ਮਤ ਬਣਾਉਣ ਦੀ ਕੋਸ਼ਿਸ਼ ਕਰੋ। ਹੁਣ ਤੁਸੀਂ ਜੋ ਇਸ ਦਾ ਰਿਜ਼ਲਟ ਹੈ ਉਹ ਕੀ ਨਿਕਲਿਆ ਹੈ ਆਓ ਦੇਖਦੇ ਹਾਂ। ਸਮੂਹ ਆੜੇ ਕੋਲ ਭਾਵ ਕਿ ਸਮੂਹ A ਕੋਲ ਅਤੇ B ਕੋਲ ਕੀ ਹੈ, ਜੋ ਘੋਲ ਬਣਿਆ ਹੈ ਉਹ ਸੋਲੂਸ਼ਨ ਹੈ। ਜੋ ਕਾਪਰ ਸਲਫੇਟ ਹੈ, ਚਾਹੇ ਉਹਦੇ ਕ੍ਰਿਸਟਲ ਹੋਣ ਚਾਹੇ ਉਹਦਾ ਚੂਰਾ ਹੋਵੇ, ਉਹ ਪਾਣੀ ਵਿੱਚ ਪੂਰੀ ਤਰ੍ਹਾਂ ਮਿਲ ਕੇ ਕੀ ਬਣਾਉਣਗੇ, ਸੋਲੂਸ਼ਨ। ਅਤੇ ਸਮੂਹ C ਜਿਸ ਨੂੰ ਕਿ ਅਸੀਂ ਚਾਕ ਦਾ ਪਾਊਡਰ ਜਾਂ ਕਣਕ ਦਾ ਆਟਾ ਦਿੱਤਾ ਸੀ, ਉਸ ਕੋਲ ਕੀ ਮਿਲੇਗਾ, ਉਸਨੂੰ ਸਸਪੈਂਸ਼ਨ। ਕਿ ਜੋ ਆਟਾ ਅਤੇ ਜੋ ਚਾਕ ਹੈ ਉਹ ਪੂਰੀ ਤਰ੍ਹਾਂ ਘੁਲੇਗਾ ਨਹੀਂ, ਉਹ ਇੱਕ ਨਿਲੰਬਨ ਦਰਸਾਏਗਾ। ਉਹ ਨਿਲੰਬਨ ਦੇ ਕੀ ਗੁਣ ਹੁੰਦੇ ਹਨ, ਉਹ ਘੁਲੇਗਾ ਨਹੀਂ, ਉਹ ਅੱਧ ਵਿੱਚ ਖਿਲਰਿਆ ਰਹੇਗਾ ਅਤੇ ਬਾਅਦ ਵਿੱਚ ਥੋੜੀ ਦੇਰ ਬਾਅਦ ਸ਼ਾਂਤ ਰੱਖਣ ਤੇ ਉਹ ਸਤਹ ਤੇ ਬੈਠ ਜਾਏਗਾ। ਕਿਉਂਕਿ ਸਾਨੂੰ ਪਤਾ ਹੈ ਜੋ ਨਿਲੰਬਨ ਹੈ ਉਹ ਅਸਥਾਈ ਹੁੰਦਾ ਹੈ। ਤੇ ਜੋ ਸਮੂਹ D ਹੈ ਉਸ ਕੋਲ ਕੀ ਹੈ, ਕੋਲਾਇਡਲ ਘੋਲ ਹੈ। ਉਸਨੂੰ ਕੋਲਾਇਡਲ ਘੋਲ ਮਿਲਿਆ ਹੈ ਜੋ ਕਿ ਦੁੱਧ ਅਤੇ ਸਿਆਹੀ, ਜਦੋਂ ਇਹਦੇ ਵਿੱਚੋਂ ਦੀ ਅਸੀਂ ਬੀਮ ਪਾਸ ਕਰਾਂਗੇ ਤਾਂ ਉਹ ਖਿਲਰ ਜਾਏਗੀ ਅਤੇ ਸਾਨੂੰ ਦੱਸੇਗੀ ਕਿ ਇਹ ਜੋ ਘੋਲ ਹੈ ਉਹ ਕੋਲਾਇਡਲ ਕਿਸਮ ਦਾ ਹੈ। ਇਸ ਤੋਂ ਬਾਅਦ ਜੋ ਅਗਲਾ ਨਤੀਜਾ ਤੁਸੀਂ ਕੱਢੋਗੇ ਬੱਚੋ, ਇਹ ਐਕਸਪੈਰੀਮੈਂਟ ਕਰਨ ਤੋਂ ਬਾਅਦ ਉਹ ਇਸ ਤਰ੍ਹਾਂ ਹੋਵੇਗਾ ਕਿ ਸਮੂਹ A ਅਤੇ B ਨੂੰ ਜੋ ਘੋਲ ਮਿਲਿਆ ਹੈ ਉਸ ਵਿੱਚੋਂ ਕੁਝ ਵੀ ਫਿਲਟਰ ਪੇਪਰ ਤੇ ਨਹੀਂ ਬਚੇਗਾ, ਕਿਉਂਕਿ ਇਹ ਜੋ ਪਾਣੀ ਅਤੇ ਕਾਪਰ ਸਲਫੇਟ ਪੂਰੀ ਤਰ੍ਹਾਂ ਇੱਕ ਦੂਜੇ ਵਿੱਚ ਘੁਲ ਗਏ ਹੋਣਗੇ। ਸਮੂਹ C ਕੋਲ ਕਿਉਂਕਿ ਨਿਲੰਬਨ ਹੈ, ਉਸ ਕੋਲ ਇੱਕ ਸਸਪੈਂਸ਼ਨ ਹੈ, ਇਸ ਦਾ ਉਹ ਪੂਰੀ ਤਰ੍ਹਾਂ ਘੁਲਿਆ ਨਹੀਂ ਹੈ। ਇਸ ਕਾਰਨ ਕੀ ਹੋਏਗਾ, ਚਾਕ ਅਤੇ ਕਣਕ ਦਾ ਆਟਾ ਜਾਂ ਫਿਰ ਚਾਕ ਦਾ ਪਾਊਡਰ ਫਿਲਟਰ ਪੇਪਰ ਤੇ ਜਮ੍ਹਾਂ ਹੋ ਜਾਣਗੇ। ਇਸ ਤੋਂ ਬਾਅਦ ਜਦੋਂ ਅਸੀਂ ਕੋਲਾਇਡਲ ਘੋਲ ਨੂੰ ਛਾਣ ਕੇ ਦੇਖਾਂਗੇ ਫਿਲਟਰ ਪੇਪਰ ਰਾਹੀਂ, ਇਸ ਦੇ ਦੌਰਾਨ ਵੀ ਕੁਝ ਵੀ ਫਿਲਟਰ ਪੇਪਰ ਉੱਪਰ ਨਹੀਂ ਬਚੇਗਾ। ਹੁਣ ਅੱਗੇ ਬੱਚਿਓ ਲੈਸਨ ਦੇ ਇਸ ਭਾਗ ਵਿੱਚ ਅਸੀਂ ਕੋਲਾਇਡਲ ਦੇ ਗੁਣ ਜਾਣਾਂਗੇ। ਇਹ ਇੱਕ ਵਿਖਮਅੰਗੀ ਮਿਸ਼ਰਣ ਹੈ। ਇਹ ਸਮਅੰਗੀ ਦੇਖਣ ਨੂੰ ਤਾਂ ਲੱਗਦਾ ਹੈ, ਪਰੰਤੂ ਹੈ ਕੀ ਹੈ, ਵਿਖਮਅੰਗੀ। ਕੋਲਾਇਡਲ ਦੇ ਕਣਾਂ ਦਾ ਆਕਾਰ ਇੰਨਾ ਛੋਟਾ ਹੁੰਦਾ ਹੈ ਕਿ ਇਹ ਵੱਖ ਰੂਪ ਵਿੱਚ ਅੱਖਾਂ ਨਾਲ ਨਹੀਂ ਵੇਖੇ ਜਾ ਸਕਦੇ। ਇਹ ਇੰਨੇ ਵੱਡੇ ਹੁੰਦੇ ਹਨ ਕਿ ਪ੍ਰਕਾਸ਼ ਦੇ ਬੀਮ ਨੂੰ ਫੈਲਾਉਂਦੇ ਹਨ ਅਤੇ ਉਸਦੇ ਮਾਰਗ ਨੂੰ ਦ੍ਰਿਸ਼ਟੀਗੋਚਰ ਬਣਾਉਂਦੇ ਹਨ, ਭਾਵ ਕਿ ਦਿਖਣ ਲਾਇਕ ਬਣਾਉਂਦੇ ਹਨ। ਸੋ ਇਹ ਇੰਨੇ ਛੋਟੇ ਹੁੰਦੇ ਹਨ ਕਿ ਨੰਗੀਆਂ ਅੱਖਾਂ ਨਾਲ ਦਿਖ ਤਾਂ ਨਹੀਂ ਸਕਦੇ, ਪਰੰਤੂ ਇਹ ਇੰਨੇ ਵੱਡੇ ਹੁੰਦੇ ਹਨ ਕਿ ਇਹ ਪ੍ਰਕਾਸ਼ ਨੂੰ ਡਿਸਪਰਸ ਕਰ ਸਕਦੇ ਹਨ, ਬਿਖੇਰ ਸਕਦੇ ਹਨ ਅਤੇ ਉਹ ਉਸਨੂੰ ਦ੍ਰਿਸ਼ਟੀਗੋਚਰ ਭਾਵ ਕਿ ਦੇਖਣ ਲਾਇਕ ਬਣਾ ਸਕਦੇ ਹਨ। ਜਦੋਂ ਇਹਨਾਂ ਨੂੰ ਸ਼ਾਂਤ ਛੱਡ ਦਿੱਤਾ ਜਾਂਦਾ ਹੈ ਤਾਂ ਇਹ ਤਲ ਤੇ ਨਹੀਂ ਬੈਠਦੇ। ਇਹ ਕਣ ਤਲ ਤੇ ਨਹੀਂ ਬੈਠਦੇ, ਭਾਵ ਕਿ ਇਹ ਸਥਾਈ ਹੁੰਦੇ ਹਨ। ਇਹ ਫਿਲਟਰ ਵਿਧੀ ਦੁਆਰਾ ਮਿਸ਼ਰਣ ਵਿੱਚੋਂ ਵੱਖ ਨਹੀਂ ਕੀਤੇ ਜਾ ਸਕਦੇ, ਪਰ ਇੱਕ ਵਿਸ਼ੇਸ਼ ਵਿਧੀ ਅਪਕੇਂਦਰੀਕਰਨ, ਜਿਸ ਨੂੰ ਇੰਗਲਿਸ਼ ਵਿੱਚ ਕਹਿੰਦੇ ਆ ਸੈਂਟਰੀਫਿਊਗੇਸ਼ਨ ਤਕਨੀਕ ਨਾਲ ਵੱਖ ਕੀਤੇ ਜਾ ਸਕਦੇ ਹਨ। ਸੋ ਇਹ ਜੋ ਕਣ ਹਨ ਇਹ ਫਿਲਟਰੇਸ਼ਨ ਨਾਲ ਤਾਂ ਭਾਵੇਂ ਵੱਖ ਨਹੀਂ ਕੀਤੇ ਜਾ ਸਕਦੇ, ਪਰੰਤੂ ਇੱਕ ਅਲੱਗ ਵਿਧੀ ਜਿਸ ਨੂੰ ਅਪਕੇਂਦਰੀਕਰਨ ਜਾਂ ਫਿਰ ਅੰਗਰੇਜ਼ੀ ਵਿੱਚ ਸੈਂਟਰੀਫਿਊਗੇਸ਼ਨ ਕਿਹਾ ਜਾਂਦਾ ਹੈ, ਉਸ ਨਾਲ ਇਹਨਾਂ ਨੂੰ ਅਲੱਗ ਕੀਤਾ ਜਾ ਸਕਦਾ ਹੈ। ਕੋਲਾਇਡਲ ਘੋਲ ਪਰਿਖਿਪਤ ਫੇਜ਼, ਡਿਸਪਰਸਡ ਫੇਜ਼ ਅਤੇ ਪਰਿਖੇਪਣ ਮਾਧਿਅਮ ਤੋਂ ਬਣਦਾ ਹੈ। ਸੋ ਜੋ ਕੋਲਾਇਡਲ ਘੋਲ ਹੁੰਦਾ ਹੈ ਉਸਦੇ ਦੋ ਭਾਗ ਹੁੰਦੇ ਨੇ, ਇੱਕ ਨੂੰ ਅਸੀਂ ਪਰਿਖਿਪਤ ਫੇਜ਼ ਅਤੇ ਦੂਜੇ ਨੂੰ ਪਰਿਖੇਪਣ ਮਾਧਿਅਮ। ਜਿਵੇਂ ਕਿ ਅਸੀਂ ਦੇਖਿਆ ਸੀ ਸੋਲੂਸ਼ਨ ਵਿੱਚ ਘੁਲਿਤ ਅਤੇ ਘੋਲਕ ਸੀ, ਇਸ ਵਿੱਚ ਇਸੇ ਤਰ੍ਹਾਂ ਦੋ ਭਾਗ ਹਨ, ਪਰਿਖਿਪਤ ਫੇਜ਼ ਅਤੇ ਪਰਿਖੇਪਣ ਮਾਧਿਅਮ। ਘੁਲਿਤ ਪਦਾਰਥ ਦੀ ਤਰ੍ਹਾਂ ਦਾ ਘਟਕ ਜਾਂ ਪਰਿਖੇਪਤ ਕਣ ਜਿਹੜਾ ਕੋਲਾਇਡਲ ਰੂਪ ਵਿੱਚ ਰਹਿੰਦਾ ਹੈ ਉਸਨੂੰ ਪਰਿਖੇਪਤ ਫੇਜ਼ ਕਹਿੰਦੇ ਹਨ, ਅਤੇ ਉਹ ਘਟਕ ਜਿਸ ਵਿੱਚ ਪਰਿਖੇਪਤ ਫੇਜ਼ ਨਿਲੰਬਿਤ ਕੀਤਾ ਜਾਂਦਾ ਹੈ ਉਸਨੂੰ ਪਰਿਖੇਪਣ ਮਾਧਿਅਮ ਕਿਹਾ ਜਾਂਦਾ ਹੈ। ਕੋਲਾਇਡਲ ਘੋਲ ਨੂੰ ਪਰਿਖੇਪਣ ਮਾਧਿਅਮ ਦੀ ਅਵਸਥਾ ਅਤੇ ਪਰਿਖੇਪਤ ਫੇਜ਼ ਦੇ ਅਨੁਸਾਰ ਵਰਗੀਕ੍ਰਿਤ ਕੀਤਾ ਜਾਂਦਾ ਹੈ। ਅਤੇ ਕੋਲਾਇਡਲ ਘੋਲ ਜੋ ਹੁੰਦੇ ਹਨ ਉਹ ਕਈ ਤਰ੍ਹਾਂ ਦੇ ਹੋ ਸਕਦੇ ਹਨ, ਠੋਸ ਦਾ ਦ੍ਰਵ ਵਿੱਚ, ਦ੍ਰਵ ਦਾ ਠੋਸ ਵਿੱਚ, ਗੈਸ ਦਾ ਦ੍ਰਵ ਵਿੱਚ, ਗੈਸ ਦਾ ਠੋਸ ਵਿੱਚ। ਸੋ ਇਹਨਾਂ ਨੂੰ ਵੱਖ-ਵੱਖ ਨਾਮ ਦਿੱਤੇ ਗਏ ਹਨ ਇਹਨਾਂ ਦੇ ਪਰਿਖੇਪਣ ਮਾਧਿਅਮ ਅਤੇ ਪਰਿਖਿਪਤ ਫੇਜ਼ ਦੇ ਆਧਾਰ ਉੱਤੇ। ਇਹ ਅਸੀਂ ਅੱਗੇ ਜਾ ਕੇ ਇਸੇ ਚੈਪਟਰ ਵਿੱਚ ਦੇਖਾਂਗੇ। ਆਓ ਉਸ ਵੱਲ ਵਧਦੇ ਹਾਂ। ਸੋ ਇਹ ਕੁਝ ਕੋਲਾਇਡਲਾਂ ਦੀਆਂ ਉਦਾਹਰਨਾਂ। ਇਹਨਾਂ ਵਿੱਚ ਪਰਿਖਿਪਤ ਜੋ ਫੇਜ਼ ਹੈ ਉਹ ਕੀ ਹੈ, ਉਹ ਕਿਸ ਪਦਾਰਥ ਦਾ ਕਿਹੜਾ ਰੂਪ ਹੈ, ਕਿਹੜੀ ਅਵਸਥਾ ਹੈ, ਅਤੇ ਪਰਿਖਿਪਤ ਮਾਧਿਅਮ ਕੀ ਹੈ, ਅਤੇ ਇਹਨਾਂ ਦੋਹਾਂ ਨੂੰ ਮਿਲਾ ਕੇ ਜੋ ਕਿਸਮ ਬਣਦੀ ਹੈ ਕੋਲਾਇਡਲ ਦੀ ਉਸਨੂੰ ਕੀ ਕਿਹਾ ਜਾਂਦਾ ਹੈ ਅਤੇ ਉਹ ਕਿਹੜੇ-ਕਿਹੜੇ ਕੰਮ ਆਉਂਦੀ ਹੈ, ਉਸਦੀ ਉਦਾਹਰਨ ਕੀ ਹੈ। ਦ੍ਰਵ ਅਤੇ ਗੈਸ। ਪਰਿਖਿਪਤ ਫੇਜ਼ ਕੀ ਹੁੰਦਾ ਹੈ ਬੱਚਿਓ? ਪਰਿਖਿਪਤ ਫੇਜ਼ ਹੈ ਜੋ ਜਿਵੇਂ ਕਿ ਘੁਲਿਤ, ਜੋ ਕਿ ਮਿਕਦਾਰ ਵਿੱਚ, ਜੋ ਕਿ ਕੁਆਂਟਿਟੀ ਵਿੱਚ
ਘੱਟ ਹੈ ਅਤੇ ਪ੍ਰਖਿਪਤ ਮਾਧਿਅਮ ਕੀ ਹੈ, ਜਿਵੇਂ ਕਿ ਅਸੀਂ ਪਹਿਲਾਂ ਪੜ੍ਹਿਆ ਸੀ, ਘੋਲਕ, ਜੋ ਕਿ ਮਿਕਦਾਰ ਵਿੱਚ, ਮਾਤਰਾ ਵਿੱਚ ਜ਼ਿਆਦਾ ਹੈ। ਜ਼ਿਆਦਾ ਗੈਸ ਵਿੱਚ ਜਦੋਂ ਥੋੜਾ ਦਰਵ ਕੋਲਾਈਡਲ ਰੂਪ ਵਿੱਚ ਘੁਲਿਆ ਹੁੰਦਾ ਹੈ ਤਾਂ ਕੀ ਬਣਦਾ ਹੈ, ਐਰੋਸੋਲ। ਇਸ ਦੀ ਉਦਾਹਰਣ ਕੀ ਹੈ, ਧੁੰਦ। ਤੁਸੀਂ ਦੇਖੋਗੇ ਜਦੋਂ ਪਾਣੀ ਦੀਆਂ ਛੋਟੀਆਂ-ਛੋਟੀਆਂ ਬੂੰਦਾਂ ਹਵਾ ਵਿੱਚ ਰਹਿੰਦੀਆਂ ਹਨ, ਉਹਨਾਂ ਨੂੰ ਕੀ ਕਿਹਾ ਜਾਂਦਾ ਹੈ, ਧੁੰਦ ਜਾਂ ਫਿਰ ਬੱਦਲ। ਅਗਲਾ ਜੋ ਐਗਜ਼ਾਮਪਲ ਹੈ, ਠੋਸ ਅਤੇ ਗੈਸ। ਜਦੋਂ ਥੋੜਾ ਠੋਸ ਜ਼ਿਆਦਾ ਗੈਸ ਵਿੱਚ ਮਿਲਦਾ ਹੈ, ਉਸ ਨੂੰ ਕੀ ਕਿਹਾ ਜਾਂਦਾ ਹੈ, ਐਰੋਸੋਲ। ਅਤੇ ਉਸ ਦੀ ਜੋ ਐਗਜ਼ਾਮਪਲਸ ਹਨ, ਧੂਹੇ ਵਿੱਚ ਕਾਰਬਨ ਹੁੰਦਾ ਹੈ ਜੋ ਕਿ ਠੋਸ ਹੈ, ਅਤੇ ਗੈਸ ਹਵਾ ਗੈਸ ਹੈ। ਸਵੈਚਾਲਿਤ ਵਹਿਣ ਵਿੱਚੋਂ ਨਿਕਲੀਆਂ ਗੈਸਾਂ, ਜੋ ਸਵੈਚਾਲਿਤ ਮਤਲਬ ਜੋ ਅਸੀਂ ਕਾਰਾਂ, ਮੋਟਰਸਾਈਕਲ ਵਗੈਰਾ ਚਲਾਉਂਦੇ ਹਾਂ, ਜੋ ਉਸ ਵਿੱਚੋਂ ਗੈਸਾਂ ਨਿਕਲਦੀਆਂ ਹਨ, ਧੂੰਆਂ ਨਿਕਲਦਾ ਹੈ, ਉਹ ਵੀ ਇਸ ਤਰ੍ਹਾਂ ਦੇ ਐਰੋਸੋਲ ਦੀ ਉਦਾਹਰਣ ਹੈ। ਗੈਸ ਅਤੇ ਦਰਵ। ਇਸ ਕੇਸ ਵਿੱਚ ਗੈਸ ਥੋੜੀ ਅਤੇ ਦਰਵ ਜ਼ਿਆਦਾ ਮਿਲ ਕੇ ਕੀ ਬਣੇਗਾ, ਫੋਮ। ਇਸ ਵਿੱਚ ਸ਼ੇਵਿੰਗ ਕਰੀਮ। ਦਰਵ ਥੋੜਾ ਅਤੇ ਦੂਜੀ ਤਰ੍ਹਾਂ ਦਾ ਇੱਕ ਹੋਰ ਦਰਵ ਜ਼ਿਆਦਾ ਮਾਤਰਾ ਵਿੱਚ, ਇਸ ਨੂੰ ਮਿਲਾ ਕੇ ਕੀ ਬਣੇਗਾ, ਇਮਲਸ਼ਨ, ਦੁੱਧ, ਫੇਸ ਕਰੀਮ ਆਦਿ। ਥੋੜਾ ਜਿਹਾ ਠੋਸ ਅਤੇ ਜ਼ਿਆਦਾ ਦਰਵ, ਇਹ ਮਿਲ ਕੇ ਕੀ ਬਣੇਗਾ, ਕਿਸ ਤਰ੍ਹਾਂ ਦਾ ਕੋਲਾਈਡਲ ਸੋਲੂਸ਼ਨ ਬਣੇਗਾ, ਮਿਕਸਚਰ ਬਣੇਗਾ, ਉਹ ਹੈ ਸੋਲ। ਮੈਗਨੀਸ਼ੀਆ, ਮਿਲਕ, ਚਿੱਕੜ। ਥੋੜੀ ਜਿਹੀ ਗੈਸ ਅਤੇ ਜ਼ਿਆਦਾ ਮਾਤਰਾ ਵਿੱਚ ਠੋਸ, ਇਸ ਨੂੰ ਮਿਲਾ ਕੇ ਕੀ ਬਣੇਗਾ, ਫੋਮ ਸੋਲ। ਇਸ ਤੋਂ ਕੀ ਬਣਦਾ ਹੈ, ਇਹਦੀਆਂ ਉਦਾਹਰਨਾਂ ਕੀ ਹਨ, ਫੋਮ, ਰਬੜ, ਸਪੰਜ, ਪਿਊਮਾਈਸ ਇੱਕ ਤਰ੍ਹਾਂ ਦਾ ਪੱਥਰ ਹੁੰਦਾ ਬੱਚਿਓ, ਜਿਸ ਵਿੱਚ ਕਾਫੀ ਮਾਤਰਾ ਵਿੱਚ ਹਵਾ ਫਸੀ ਹੁੰਦੀ ਹੈ। ਥੋੜਾ ਜਿਹਾ ਦਰਵ ਅਤੇ ਜ਼ਿਆਦਾ ਮਾਤਰਾ ਵਿੱਚ ਠੋਸ, ਇਸ ਨਾਲ ਕੀ ਬਣਦਾ ਹੈ, ਜੈਲ। ਇਹਦੀ ਉਦਾਹਰਣ ਹੈ ਜੈਲੀ, ਪਨੀਰ, ਮੱਖਣ। ਤੁਸੀਂ ਦੇਖੋਗੇ ਪਨੀਰ ਵਿੱਚ ਜੋ ਪਾਣੀ ਦੀ ਮਾਤਰਾ ਥੋੜੀ ਹੁੰਦੀ ਹੈ, ਦਰਵ ਦੀ ਮਾਤਰਾ ਥੋੜੀ ਹੁੰਦੀ ਹੈ, ਅਤੇ ਜੋ ਠੋਸ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਇਸੇ ਤਰ੍ਹਾਂ ਜੈਲੀ ਅਤੇ ਇਸੇ ਤਰ੍ਹਾਂ ਮੱਖਣ। ਸੋ ਅਗਲੀ ਅਤੇ ਅੰਤਿਮ ਜੋ ਉਦਾਹਰਣ ਹੈ, ਉਹ ਹੈ ਥੋੜਾ ਜਿਹਾ ਠੋਸ ਅਤੇ ਉਸ ਵਿੱਚ ਦੂਸਰੀ ਤਰ੍ਹਾਂ ਦਾ ਜ਼ਿਆਦਾ ਮਾਤਰਾ ਵਿੱਚ ਠੋਸ। ਸੋ ਠੋਸ ਨਾਲ ਜਦੋਂ ਠੋਸ ਮਿਲਦਾ ਹੈ, ਉਹ ਕਿਸ ਤਰ੍ਹਾਂ ਦਾ ਬਣਦਾ ਹੈ, ਠੋਸ ਸੋਲ ਨਾਮ ਦਾ ਕੋਲਾਈਡਲ ਬਣਦਾ ਹੈ। ਅਤੇ ਉਸ ਦੀਆਂ ਉਦਾਹਰਨਾਂ ਕਿਹੜੀਆਂ ਹਨ, ਰੰਗੀਨ ਅਤੇ ਰਤਨ ਪੱਥਰ, ਦੁਧੀਆ ਕੰਚ। ਸੋ ਇਹ ਜੋ ਉਦਾਹਰਨਾਂ ਹਨ, ਇਹ ਠੋਸ ਸੋਲ ਕੋਲਾਈਡਲ ਦੀਆਂ ਹਨ। ਸੋ ਇਹਦੇ ਨਾਲ ਹੀ ਜੋ ਤੁਹਾਡਾ ਲੈਸਨ ਦਾ ਪਹਿਲਾ ਭਾਗ ਪਾਰਟ 1 ਉਸ ਦਾ ਅੰਤ ਹੁੰਦਾ ਹੈ, ਉਹ ਖਤਮ ਹੁੰਦਾ ਹੈ। ਦੂਜਾ ਭਾਗ ਲੈ ਕੇ ਅਸੀਂ ਤੁਹਾਡੇ ਨਾਲ ਜਲਦ ਹੀ ਮਿਲਾਂਗੇ। ਇਹ ਕਹਿੰਦੇ ਹੋਏ ਮੈਂ ਤੁਹਾਡੇ ਤੋਂ ਵਿਦਾ ਲੈਣਾ ਬੱਚਿਓ। ਤੁਹਾਡਾ ਬਹੁਤ ਬਹੁਤ ਧੰਨਵਾਦ।